ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਅੱਜ ਕੌਮਾਂਤਰੀ ਮਹਿਲਾ ਦਿਵਸ ਹੈ। ਇਸ ਦੀ ਸਭ ਦੋਸਤਾਂ ਨੂੰ ਵਧਾਈ ਹੋਵੇ। ਇਸ ਦਿਹਾੜੇ ਦੇ ਉੱਤੇ ਅਸੀਂ ਗੱਲ ਕਰਾਂਗੇ ਕਿ ਭਾਰਤ ਵਿੱਚ ਇਸ ਵੇਲੇ ਔਰਤਾਂ ਦੀ ਕੀ ਸਥਿਤੀ ਹੈ ਤੇ ਪਿਛਲੇ 75 ਸਾਲਾਂ ਦੇ ਵਿੱਚ ਆਜ਼ਾਦੀ ਤੋਂ ਬਾਅਦ ਉਹਨਾਂ ਦੀ ਸਥਿਤੀ ਵਿੱਚ ਕੀ ਸੁਧਾਰ ਹੋਇਆ ਤੇ ਕਿੰਨੀ ਬਰਾਬਰਤਾ ਆਈ ਹੈ ਤੇ ਕਿੰਨਾ ਸਸ਼ਕਤੀਕਰਨ ਹੋਇਆ। ਤੇ ਇਸ ਦੇ ਨਾਲ ਹੀ ਜੁੜੀ ਹੋਈ ਅਸੀਂ ਗੱਲ ਕਰਾਂਗੇ ਕਿ ਡਾਕਟਰ BR ਅੰਬੇਦਕਰ ਹੋਣਾ ਨੇ, ਜਿਹੜੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੇ, ਉਹਨਾਂ ਨੇ ਇਸ ਅੱਧੀ ਆਬਾਦੀ ਦੇ ਲਈ ਕੀ ਕੋਈ ਸੰਘਰਸ਼ ਕੀਤਾ ਤੇ ਉਹਨਾਂ ਨੇ ਕਿਸ ਤਰ੍ਹਾਂ ਇਸ ਅੱਧੀ ਆਬਾਦੀ ਨੂੰ, ਔਰਤਾਂ ਦੀ ਜਿਹੜੀ ਸੀ ਹਿੰਦੁਸਤਾਨ 'ਚ ਆਜ਼ਾਦੀ ਦੀ ਲੜਾਈ ਦੇ ਦੌਰਾਨ ਕਿਵੇਂ ਲਾਮਬੰਦ ਕਰਕੇ ਉਹਨਾਂ ਦੇ ਹੱਕਾਂ ਲਈ ਜਾਗਰਤ ਕੀਤਾ ਤੇ ਉਹਨਾਂ ਦੇ ਹੱਕਾਂ ਦੀ ਲੜਾਈ ਲੜੀ। ਇਹ ਸਾਰੀ ਸਥਿਤੀ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ। ਜਸਵੰਤ ਰਾਏ ਜੀ, ਉਹ ਉੱਘੇ ਵਿਦਵਾਨ ਨੇ, ਉੱਘੇ ਚਿੰਤਕ ਨੇ ਤੇ ਡਾਕਟਰ BR ਅੰਬੇਦਕਰ ਦੇ ਉਹ ਅਧਿਐਨ ਉਹਨਾਂ ਨੇ ਬੜਾ ਡੂੰਘਾਈ ਨਾਲ ਕੀਤਾ ਤੇ ਅੰਬੇਦਕਰਵਾਦੀ ਨੇ। ਤੇ ਨਾਲ ਦੀ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਇੰਟਰਨੈਸ਼ਨਲ ਬੁੱਧਿਸਟ ਮਿਸ਼ਨ ਟਰਸਟ ਬਣਾਇਆ, ਜਿਸ ਦੇ ਉਹ ਜਨਰਲ ਸੈਕਟਰੀ ਨੇ। ਔਰ ਉਸ ਦੇ ਤਹਿਤ ਪੰਜਾਬ ਦੇ ਵਿੱਚ ਵਿੱਦਿਆ ਨੂੰ ਉਹ ਹੋਰ ਪਸਾਰਨ ਦੇ ਲਈ, ਉਭਾਰਨ ਦੇ ਲਈ, ਆਮ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਹ ਕਿਸ ਤਰ੍ਹਾਂ ਯਤਨਸ਼ੀਲ ਨੇ, ਉਹ ਸਾਰੇ ਅਸੀਂ ਜਾਣਦੇ ਹਾਂ ਤੇ ਉਹਨਾਂ ਨਾਲ ਅਸੀਂ ਇਸ ਬਾਰੇ ਗੱਲ ਕਰਾਂਗੇ। ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਆਖਦਾ। ਸਵਾਗਤ ਹੈ ਜਸਵੰਤ ਰਾਏ ਜੀ ਤੁਹਾਡਾ। ਮੈਂ ਜੰਡੂ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਮਸ਼ਕੂਰ ਹਾਂ, ਔਰ ਤੁਹਾਡੇ ਸਾਂਝ ਮੀਡੀਆ ਚੈਨਲ ਦਾ ਬਹੁਤ ਬਹੁਤ ਮਸ਼ਕੂਰ ਹਾਂ, ਜਿਹਦੇ ਮਾਧਿਅਮ ਤੋਂ ਮੈਂ ਤੁਹਾਡੇ ਸਾਰੇ ਜਿਹੜੇ ਦੇਖਣ ਵਾਲੇ ਹੈ ਪੂਰੇ ਵਿਸ਼ਵ ਦੇ ਅੰਦਰ, ਉਹਨਾਂ ਨੂੰ ਜਿੱਥੇ ਸਤਿ ਸ੍ਰੀ ਅਕਾਲ, ਨਮਸਕਾਰ, ਜੈ ਭੀਮ ਆਖਣਾ ਚਾਹਾਂਗਾ। ਔਰ ਅੱਜ ਦੇ ਇਸ ਵਿਸ਼ੇਸ਼ ਦਿਨ ਦੀ ਵਿਸ਼ੇਸ਼ ਮਹੱਤਤਾ ਦੇ ਵਿਸ਼ੇ 'ਚ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ। ਰਾਏ ਸਾਹਿਬ, ਜਿਸ ਤਰ੍ਹਾਂ ਤੁਸੀਂ ਡਾਕਟਰ BR ਅੰਬੇਦਕਰ ਉਹਨਾਂ ਨੇ ਜਿਸ ਤਰ੍ਹਾਂ ਭਾਰਤ ਦੇ ਸੰਵਿਧਾਨ ਨੂੰ ਘੜਿਆ, ਬਣਾਇਆ, ਤੇ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦਾ ਉਹਨਾਂ ਨੇ ਆਪਣੇ ਜੀਵਨ 'ਚ ਸੰਘਰਸ਼ ਕੀਤਾ, ਤੇ ਖਾਸ ਕਰਕੇ ਅੱਜ ਅਸੀਂ ਉਹਨਾਂ ਦਾ ਬਹੁਤ ਲੰਬਾ ਚੌੜਾ ਜਿਹੜਾ ਸੰਘਰਸ਼ ਦਾ ਘੇਰਾ ਬਹੁਤ ਵਿਸ਼ਾਲ ਹੈ, ਪਰ ਅਸੀਂ ਅੱਜ ਆਪਣਾ ਧਿਆਨ ਜਿਹੜਾ ਖਾਸ ਕਰਕੇ, ਕਿਉਂਕਿ ਕੌਮਾਂਤਰੀ ਮਹਿਲਾ ਦਿਵਸ ਹੈ, ਤੇ ਮਹਿਲਾਵਾਂ ਦੇ ਲਈ ਉਹਨਾਂ ਨੇ ਕੀ ਕੀਤਾ ਤੇ ਕਿਸ ਤਰ੍ਹਾਂ ਦਾ ਸੰਘਰਸ਼ ਲੜਿਆ ਤੇ ਉਹਨਾਂ ਨੂੰ ਕਿਸ ਤਰ੍ਹਾਂ ਲਾਮਬੰਦ ਕੀਤਾ ਤੇ ਕਿਸ ਤਰ੍ਹਾਂ ਅੱਜ ਦੀ ਸਥਿਤੀ ਜਿਹੜੀ ਹੈ ਜਿਹਦੇ 'ਚ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਉੱਠਦੀ ਹੈ, ਤੇ ਉਸ ਦੀ ਸ਼ੁਰੂਆਤ ਉਹਨਾਂ ਨੇ ਜਿਸ ਢੰਗ ਨਾਲ ਕੀਤੀ, ਇਸ ਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰੋ ਕਿ ਕਦੋਂ ਉਹਨਾਂ ਨੇ ਇਹ ਸਾਰਾ ਸ਼ੁਰੂਆਤ ਕੀਤੀ ਤੇ ਕਿੱਥੋਂ ਇਹ ਸ਼ੁਰੂਆਤ ਹੋਈ। ਜੰਡੂ ਸਾਹਿਬ ਬਹੁਤ ਵਧੀਆ। ਪਹਿਲਾਂ ਤਾਂ ਤੁਹਾਡੇ ਇਸ ਚੈਨਲ ਨੇ ਜਿਹੜਾ ਅੱਜ ਦਾ ਇਹ ਦਿਨ ਹੈ, ਜਿਹਦਾ ਵਿਸ਼ੇਸ਼ ਮਹੱਤਵ ਹੈ ਪੂਰੀ ਦੁਨੀਆ ਦੇ ਅੰਦਰ, ਪੂਰੀ ਦੁਨੀਆ ਦੀ ਜਿਹੜੀ ਅੱਧ ਵਸੋਂ ਹੈ ਉਹਦਾ, ਔਰ ਵਿਸ਼ੇਸ਼ ਤੌਰ ਤੇ ਭਾਰਤ ਦੇ ਅੰਦਰ ਜੋ ਨਾਰੀ ਜਾਤੀ ਦਾ ਸਥਾਨ ਹੈ, ਉਸ ਸਥਾਨ ਨੂੰ ਵਿਸ਼ੇਸ਼ ਤੌਰ ਤੇ ਉੱਤੇ ਅੰਕਿਤ ਕਰਕੇ ਤੇ ਇੱਕ ਐਸੇ ਮਹਾਨ ਯੋਧਾ, ਇਕਲੌਤਾ ਜਿਹੜਾ ਯੋਧਾ ਹੈ, ਉਸ ਯੋਧਾ ਨੇ ਜਿਸ ਵਿਸ਼ੇ ਦੇ ਉੱਤੇ ਇੰਨਾ ਵੱਡਾ ਕੰਮ ਕੀਤਾ, ਉਹਨੂੰ ਆਪਾਂ ਅੱਜ ਇਸ ਵੱਡੇ ਪਲੇਟਫਾਰਮ ਦੇ ਉੱਤੇ ਡਿਸਕਸ ਕਰ ਰਹੇ ਹਾਂ। ਮੈਂ ਇਹਦੇ ਲਈ ਤੁਹਾਡਾ ਬਹੁਤ ਰਿਣੀ ਵੀ ਰਵਾਂਗਾ। ਔਰ ਜਿੱਥੋਂ ਤੱਕ ਗੱਲ ਹੈ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਇੱਕ ਇਕੱਲਾ ਨਾਰੀ ਜਾਤੀ ਦਾ ਵਿਸ਼ਾ ਨਹੀਂ, ਉਹਨਾਂ ਨੇ ਸਮੁੱਚੇ ਜਿਹੜੇ ਜਿੰਨੇ ਵੀ ਹਿਊਮਨ ਰਾਈਟਸ ਜਿਹਨੂੰ ਕਹਿੰਦੇ ਆ, ਨੈਚੁਰਲ ਰਾਈਟਸ ਜਿਹਨੂੰ ਕਹਿੰਦੇ ਆ, ਉਹਨਾਂ ਰਾਈਟਸ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ। ਸੋ ਉਸ ਵੱਡੇ ਕੰਮ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ, ਜਿਹੜਾ ਨਾਰੀ ਜਾਤੀ ਦੇ ਨਾਲ ਜੁੜਿਆ ਹੋਇਆ ਹੈ, ਜੇ ਆਪਾਂ ਇਹਨਾਂ ਦੀ ਪਿਸ਼ਟ ਭੂਮੀ 'ਚ ਪਿੱਛੇ ਨੂੰ ਜਾਂਦੇ ਹਾਂ ਤੇ ਦੇਖਦੇ ਹਾਂ ਕਿ ਡਾਕਟਰ ਅੰਬੇਦਕਰ ਸਾਹਿਬ ਨੇ ਸਭ ਤੋਂ ਪਹਿਲਾ ਕੰਮ ਜਿਹੜਾ ਹੈ ਉਹ ਇਸ ਭਾਰਤ ਦੇਸ਼ ਦੇ ਅੰਦਰ ਜਿਹੜਾ ਵੋਟ ਰਾਈਟ ਹੈ, ਵੋਟ ਰਾਈਟ ਤੋਂ ਸ਼ੁਰੂ ਕਰਦੇ ਹਾਂ ਕਿ ਉਦੋਂ ਸਿਰਫ ਕੁਝ ਗਿਣਤੀ ਦੇ ਲੋਕਾਂ ਨੂੰ ਵੋਟ ਰਾਈਟ ਹੈ, ਔਰ ਜਿਨ੍ਹਾਂ ਦੇ ਕੋਲ ਜਾਂ ਤਾਂ ਪੜ੍ਹਾਈ ਹੈ, ਜਾਂ ਰੁਤਬਾ ਹੈ, ਜਾਂ ਜਾਇਦਾਦ ਹੈ। ਪਰ ਭਾਰਤ ਦੇਸ਼ ਦੇ ਅੰਦਰ ਜਿਹੜਾ ਪੁਰਾਤਨ ਜਿੰਨਾ ਇਤਿਹਾਸ ਆਪਾਂ ਉਹਨੂੰ ਖੋਜ ਕੇ ਦੇਖਦੇ ਹਾਂ ਤੇ ਔਰਤ ਜਾਤੀ ਦੇ ਕੋਲ
ਨਾ ਤਾਂ ਉਹਨੂੰ ਪੜ੍ਹਾਈ ਲਈ ਹੀ ਕਿਤੇ ਅਲਾਉ ਕੀਤਾ ਗਿਆ ਤੇ ਨਾ ਹੀ ਉਹਨੂੰ ਜਾਇਦਾਦ ਰੱਖਣ ਵਾਸਤੇ ਅਲਾਉ ਕੀਤਾ ਗਿਆ ਤੇ ਨਾ ਹੀ ਉਹਦੇ ਕੋਲ ਕਿਸੇ ਤਰ੍ਹਾਂ ਦਾ ਰੁਤਬਾ। ਇਸ ਕਰਕੇ ਔਰਤ ਨੂੰ ਜਿਹੜਾ ਹੈ ਉਹ ਵੋਟ ਰਾਈਟ ਨਹੀਂ ਅਵੇਲੇਬਲ, ਨਹੀਂ ਪ੍ਰੋਵਾਈਡਡ। ਤੇ ਉਹ ਵੋਟ ਰਾਈਟ ਦਾ ਜਿਹੜਾ ਰਾਈਟ ਹੈ, ਜਦੋਂ ਉਹਨਾਂ ਨੇ ਦੇਸ਼ ਦੇ ਅੰਦਰ ਬਹੁਤ ਵੱਡੀ ਗਿਣਤੀ ਵਾਸਤੇ ਇਹ ਜਿਹੜਾ ਵੋਟ ਦਾ ਰਾਈਟ ਉਹਦੇ ਤੇ ਫਾਈਟ ਦਿੱਤੀ ਹੈ, ਤੇ ਉਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਰਾਈਟ ਹੈ ਔਰਤ ਵਾਸਤੇ ਵੀ ਉਸੇ ਤਰ੍ਹਾਂ ਹੀ ਉਹਨਾਂ ਨੇ ਲੈ ਕੇ ਦਿੱਤਾ। ਗੱਲ ਇੱਥੋਂ ਸ਼ੁਰੂ ਕਰਕੇ ਉਸ ਤੋਂ ਅੱਗੇ ਆ ਕੇ ਆ ਜਾਂਦੇ ਆ ਕਿ ਜਦੋਂ ਉਹਨਾਂ ਨੇ ਇਸ ਦੇਸ਼ ਦੇ ਅੰਦਰ ਜਿਹੜੀ ਵਿਵਸਥਾ ਚੱਲ ਰਹੀ ਹੈ, ਜਿਹਨੂੰ ਸਮਾਜਿਕ ਵਿਵਸਥਾ ਕਹਿੰਦੇ ਆ, ਸਮਾਜਿਕ ਵਿਵਸਥਾ ਦਾ ਤਾਣਾ ਬਾਣਾ ਵੀ ਬਹੁਤ ਡੂੰਘੇ ਤਰੀਕੇ ਦੇ ਨਾਲ ਉਲਝਿਆ ਹੋਇਆ। ਉਹਦੀ ਉਲਝਣ ਦੇ ਵਿੱਚੋਂ ਔਰਤ ਨੂੰ ਤੇ ਖਾਸ ਕਰਕੇ ਇੱਥੋਂ ਤੱਕ ਜਿਹੜਾ ਹੈ ਉਹ ਪਿੱਛੇ ਧਕੇਲ ਦਿੱਤਾ ਗਿਆ ਕਿ ਉਹਦੇ ਕੋਲ ਨਾ ਵਿਦਿਆ ਹੈ, ਨਾ ਉਹਨੂੰ ਕੋਈ ਆਪਣੀ ਜਿਹੜੀ ਅੱਗੇ ਵਧਣ ਦੀ ਕੋਈ ਜਿਹੜੀ ਸੋਚ ਉਹ ਪ੍ਰਫੁੱਲਿਤ ਕਰ ਸਕਦੀ ਹੈ, ਤੇ ਨਾ ਹੀ ਆਪਣੀ ਪ੍ਰੋਟੈਕਸ਼ਨ ਵਾਸਤੇ ਕਿਸੇ ਤੋਂ ਹੈਲਪ ਲੈ ਸਕਦੀ ਹੈ, ਤੇ ਨਾ ਹੀ ਉਹਨੂੰ ਜਿਹੜਾ ਜਾਇਦਾਦ ਰੱਖਣ ਦਾ ਕੋਈ ਅਧਿਕਾਰ ਹੈ। ਇਹਨਾਂ ਤਿੰਨਾਂ ਨੂੰ ਅੱਗੇ ਲੈ ਕੇ ਚੱਲਣ ਤੋਂ ਪਹਿਲਾਂ ਡਾਕਟਰ ਅੰਬੇਦਕਰ ਸਾਹਿਬ ਜਿੱਥੇ ਬਾਕੀ ਸੈਕਸ਼ਨ ਦੀ ਲੜਾਈ ਲੜਦੇ ਆ, ਉਹ ਲੜਾਈ ਦੇ ਵਿੱਚ ਔਰਤਾਂ ਕਿਉਂਕਿ ਵੱਡਾ ਹਿੱਸਾ ਹੈ ਔਰ ਦੇਸ਼ ਦੇ ਅੰਦਰ ਪੂਰੀ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਪਤਨ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਕੀਤਾ ਜਾ ਚੁੱਕਾ ਹੈ। ਸੋ ਔਰਤਾਂ ਨੂੰ ਸਭ ਤੋਂ ਪਹਿਲਾਂ ਵੱਡੇ ਪਲੇਟਫਾਰਮ ਦੇ ਉੱਤੇ ਜਦੋਂ ਇਕੱਠ ਕਰਦੇ ਆ, ਤੇ ਉਹ ਇਕੱਠ ਪੂਰੀ ਦੁਨੀਆ ਦੇ ਅੰਦਰ, ਭਾਰਤ ਦੇ ਅੰਦਰ ਨਾਰੀ ਜਾਤੀ ਦਾ ਇੱਕ ਵੱਡਾ ਇਕੱਠ ਹੈ, ਔਰ ਉੱਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਇਹੀ ਸੰਦੇਸ਼ ਜਿਹੜਾ ਆ ਡਾਕਟਰ ਅੰਬੇਦਕਰ ਸਾਹਿਬ ਜੀ ਵੱਲੋਂ ਜਾਂਦਾ ਹੈ ਕਿ ਤੁਸੀਂ ਇਕੱਠ ਕਿਹੜੀ ਜਗ੍ਹਾ ਤੇ ਹੋਇਆ ਰਾਏ ਸਾਹਿਬ? ਇਹ ਮਹਾਰਾਸ਼ਟਰ ਦਾ ਮਹਾਰਾਸ਼ਟਰ ਸਟੇਟ ਜਿਹੜਾ ਹੈ, ਉਹ ਸਟੇਟ ਦੇ ਅੰਦਰ ਜਿਹੜਾ ਪਹਿਲਾ ਇਕੱਠ ਉਹ ਕਰਦੇ ਆ, ਔਰ ਉਸ ਸਟੇਟ ਦੇ ਅੰਦਰ ਇਹ ਇਕੱਠ ਜਿਹੜਾ ਆਪਣੇ ਆਪ ਦੇ ਅੰਦਰ ਸਭ ਤੋਂ ਵੱਡਾ ਇਕੱਠ ਜਿਹੜਾ ਹੈ ਉਸ ਵੇਲੇ ਦਾ ਮਿਥਿਆ ਗਿਆ। ਸੋ ਉਸ ਇਕੱਠ ਦੇ ਅੰਦਰ ਡਾਕਟਰ ਅੰਬੇਦਕਰ ਸਾਹਿਬ ਨੇ ਔਰਤ ਜਾਤੀ ਨੂੰ ਸਭ ਤੋਂ ਪਹਿਲਾਂ ਉਹਦੇ ਅੰਦਰ ਜਿਹੜੀ ਔਰਤ ਹੈ ਉਹਨੂੰ ਜਗਾਉਣ ਵਾਸਤੇ, ਉਹਨਾਂ ਨੂੰ ਬਰਾਬਰ ਦੇ ਅਧਿਕਾਰਾਂ ਵਾਸਤੇ ਜਿਹੜਾ ਹੈ ਉਹ ਲਾਮਬੰਦ ਕਰਨ ਲਈ ਉੱਥੋਂ ਉਹਨਾਂ ਨੇ ਸ਼ੁਰੂਆਤ ਕਰਨ ਤੋਂ ਬਾਅਦ ਜਿੱਦਾਂ ਜਿੱਦਾਂ ਡਾਕਟਰ ਅੰਬੇਦਕਰ ਸਾਹਿਬ ਅੱਗੇ ਵਧਦੇ ਆ, ਤੇ ਅੱਗੇ ਵਧਣ ਤੋਂ ਬਾਅਦ ਉਹਨਾਂ ਨੇ ਜਦੋਂ ਜਿਹੜਾ ਉਹਨਾਂ ਨੂੰ ਵਾਇਸ ਰਾਏ ਦੇ ਜਿਹੜੀ ਮਤਲਬ ਅਸੈਂਬਲੀ ਜਿਹੜਾ ਕੈਬਨਿਟ ਦੇ ਅੰਦਰ ਜਿਹੜਾ ਉਹਨਾਂ ਨੂੰ ਰੈਂਕ ਮਿਲਦਾ, ਉਸ ਰੈਂਕ ਦੇ ਅੰਦਰ ਜਦੋਂ ਉਹ ਜਿਹੜੀ ਲੇਬਰ ਮਿਨਿਸਟਰ ਦੇ ਤੌਰ ਤੇ ਜਿਹਨੂੰ ਅੱਜ ਆਪਾਂ ਕਹਿੰਦੇ ਆ, ਜਦੋਂ ਜੌਬ ਜਿਹੜੀ ਹੈ ਉਹ ਨਿਭਾ ਰਹੇ ਆ, ਉਸ ਲੇਬਰ ਮਿਨਿਸਟਰ ਦੇ ਤੌਰ ਤੇ ਜਿਹੜਾ ਕੈਬਨਿਟ ਰੈਂਕ ਹੈ ਉਹਦੇ ਚ ਸਭ ਤੋਂ ਪਹਿਲਾ ਕੰਮ ਕਿ ਉਸ ਵੇਲੇ ਦੀ ਜਿਹੜੀ ਔਰਤ ਹੈ, ਉਸ ਔਰਤ ਨੂੰ ਜਿਹੜੀ ਪ੍ਰਸੂਤੀ ਛੁੱਟੀ ਹੈ, ਉਹ ਪ੍ਰਸੂਤੀ ਛੁੱਟੀ ਵਾਸਤੇ ਜਿਹੜਾ ਪਹਿਲਾ ਉਹ ਬਿੱਲ ਲੈ ਕੇ ਉੱਥੇ ਆਉਂਦੇ ਆ ਕਿ ਉਹਨਾਂ ਨੂੰ ਬਕਾਇਦਾ ਪ੍ਰਸੂਤੀ ਛੁੱਟੀ ਜਿਹੜੀ ਹੈ ਉਹ ਬਕਾਇਦਾ ਮਿਲਣੀ ਚਾਹੀਦੀ ਹੈ, ਔਰ ਉਹ ਵੀ ਵਿਦ ਸੈਲਰੀ ਮਿਲਣੀ ਚਾਹੀਦੀ ਹੈ। ਤੋਂ ਬਹੁਤ ਵੱਡਾ ਬਵੇਲਾ ਖੜਾ ਹੁੰਦਾ ਹੈ ਬੰਬਈ ਦੀ ਉਸ ਵਿਧਾਨ ਸਭਾ ਦੇ ਅੰਦਰ ਕਿ ਇਹ ਔਰਤ ਵਾਸਤੇ ਜੇ ਆਪਾਂ ਇਹ ਪ੍ਰਾਈਵੇਟ ਸੈਕਟਰ ਦੇ ਅੰਦਰ ਜਾਂ ਪਬਲਿਕ ਸੈਕਟਰ ਦੇ ਅੰਦਰ ਪ੍ਰਸੂਤੀ ਛੁੱਟੀ ਦਾ ਕੋਈ ਪ੍ਰਾਵਧਾਨ ਕਰਦੇ ਆ, ਤੇ ਇਹ ਜਿਹੜਾ ਪੈਸਾ ਹੈ, ਪੈਸਾ ਕਿੱਥੋਂ ਆਏਗਾ? ਤੇ ਡਾਕਟਰ ਅੰਬੇਦਕਰ ਸਾਹਿਬ ਇੱਕ ਖਾਸ ਚੀਜ਼ ਨੋਟ ਕਰਨ ਵਾਲੀ ਇੱਥੇ ਆਉਂਦੀ ਹੈ ਕਿ ਉਹ ਕਹਿੰਦੇ ਕਿ ਜਿਹੜੀ ਪ੍ਰਾਈਵੇਟ ਸੈਕਟਰ ਦੇ ਅੰਦਰ ਵੀ ਇਹ ਸੈਲਰੀ ਉਸੇ ਤਰ੍ਹਾਂ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਸੋ ਉਹ ਸੈਲਰੀ ਦਾ ਪ੍ਰਾਵਧਾਨ ਕਰਨ ਵਾਸਤੇ ਉਹਨਾਂ ਜਿਹੜਾ ਸੁਝਾਅ ਦਿੱਤਾ ਉਹ ਬਹੁਤ ਕਾਬਲੇ ਗੌਰ ਹੈ ਕਿ ਜਿਹੜਾ ਪ੍ਰੋਡਕਟ ਪ੍ਰਾਈਵੇਟ ਸੈਕਟਰ ਦੇ ਅੰਦਰ ਜਿਹੜੇ ਵੀ ਕੰਸਟਰਕਸ਼ਨ ਪਾਰਟ ਦੇ ਅੰਦਰ ਤਿਆਰ ਹੁੰਦਾ ਹੈ, ਉਹਦੀ ਜਿਹੜੀ ਕਾਸਟ ਹੈ ਉਹ ਕਾਸਟ ਮਾਰਕੀਟ ਦੇ ਅੰਦਰ ਜਾ ਕੇ ਉਸੇ ਤਰ੍ਹਾਂ ਪ੍ਰਪੋਰਸ਼ਨੇਟ ਜਿਹੜੀ ਹੈ ਲੋਕਾਂ ਵੱਲੋਂ ਦਿੱਤੀ ਜਾਣੀ ਹੈ। ਇਸ ਕਰਕੇ ਔਰਤ ਜਾਤੀ ਨੂੰ ਪ੍ਰਸੂਤੀ ਛੁੱਟੀ ਦੇ ਨਾਲ ਪ੍ਰਸੂਤੀ ਛੁੱਟੀ ਦਾ ਪੈਸਾ ਵੀ ਜਿਹੜਾ ਮਿਲਣਾ ਚਾਹੀਦਾ, ਔਰ ਉੱਥੋਂ ਇਹ ਜਿਹੜੀ ਸ਼ੁਰੂਆਤ ਉਹਨਾਂ ਦੀ ਕਰਕੇ ਡਾਕਟਰ ਅੰਬੇਦਕਰ ਸਾਹਿਬ ਫਿਰ ਜਿਹੜਾ ਖਾਣਾ ਦੇ ਅੰਦਰ ਕੰਮ ਚੱਲਦਾ ਹੈ। ਖਦਾਨ ਦੇ ਜਿਹੜਾ ਤੁਸੀਂ ਦੱਸ ਰਹੇ ਹੋ ਉਹ ਫਿਰ ਪਾਸ ਹੋ ਜਾਂਦਾ ਬਿੱਲ ਉੱਥੇ ਮਹਾਰਾਸ਼ਟਰ? ਡੈਫੀਨਿਟਲੀ ਉਹ ਪਾਸ ਹੁੰਦਾ, ਔਰ ਉੱਥੋਂ ਚੱਲ ਕੇ ਹੀ ਇਹ ਜਿਹੜਾ ਪੂਰੇ ਭਾਰਤ ਦੇਸ਼ ਦੇ ਅੰਦਰ ਇਹ ਅਗਲੇ ਸਟੈਪ ਦੇ ਅੰਦਰ ਲਾਗੂ ਹੁੰਦਾ। ਔਰ ਜਿਹੜਾ ਅੱਜ ਦੀ ਡੇਟ ਦੇ ਅੰਦਰ ਪੂਰੇ ਭਾਰਤ ਦੇ ਅੰਦਰ ਜਿਹੜੀ ਔਰਤ ਹੈ, ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦੇ ਅੰਦਰ ਕੰਮ ਕਰਦੀ ਹੈ, ਉਹਨੂੰ ਪ੍ਰਸੂਤੀ ਛੁੱਟੀ ਲਾਗੂ ਹੈ, ਔਰ ਪ੍ਰਸੂਤੀ ਛੁੱਟੀ ਦੇ ਨਾਲ ਦੀ ਨਾਲ ਉਹਨੂੰ ਪ੍ਰਸੂਤੀ ਛੁੱਟੀ ਦੇ ਬਕਾਇਦਾ ਜਿਹੜੀ ਪੇਮੈਂਟ ਹੈ ਉਹ ਵੀ ਮਿਲਦੀ ਹੈ। ਸੋ ਇਹ ਉੱਥੋਂ ਚੱਲ ਕੇ ਡਾਕਟਰ ਅੰਬੇਦਕਰ ਸਾਹਿਬ ਔਰਤ ਵਾਸਤੇ ਜਿਹੜਾ ਪਹਿਲਾ ਰਾਈਟ ਹੈ, ਔਰ ਉਸ ਦੇ ਨਾਲ ਦੀ ਨਾਲ ਜਿਹੜਾ ਦੂਸਰਾ ਅਗਲਾ ਸਭ ਤੋਂ ਵੱਡਾ ਪਾਰਟ ਹੈ ਕਿ ਔਰਤ ਜਾਤੀ ਜਿਹੜੀ ਹੈ ਉਸ ਵੇਲੇ ਖਦਾਨ ਦੇ ਅੰਦਰ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਕੰਮ ਕਰਦੀ ਸੀਗੀ, ਔਰ ਔਰਤ ਨੂੰ ਜਿਹੜੀ ਉਹਦੀ ਪੇਮੈਂਟ ਹੈਗੀ ਆ ਉਹ
ਪੇਮੈਂਟ ਵੀ ਦੂਜੇ ਮਰਦ ਜਿਹੜੇ ਲੋਕ ਹੈ ਉਹਨਾਂ ਤੋਂ ਅੱਧੀ ਮਿਲਦੀ ਸੀ। ਸੋ ਡਾਕਟਰ ਅੰਬੇਦਕਰ ਸਾਹਿਬ ਨੇ ਦੂਸਰਾ ਵੱਡਾ ਕੰਮ ਕਿ ਉਹਨਾਂ ਨੇ ਜਦੋਂ ਬਤੌਰ ਲੇਬਰ ਮਿਨਿਸਟਰ ਉਹਨਾਂ ਖਾਣਾ ਤੱਕ ਗਏ, ਉਹਨਾਂ ਖਾਣਾ ਦੇ ਅੰਦਰ ਜਾ ਕੇ ਉਹਨਾਂ ਨੇ ਜਿਹੜੀ ਸਾਰੀ ਸਥਿਤੀ ਨੂੰ ਦੇਖਣ ਤੋਂ ਬਾਅਦ ਔਰਤ ਵਾਸਤੇ ਇਹ ਪ੍ਰਾਵਧਾਨ ਕੀਤਾ ਕਿ ਔਰਤ ਜਾਤੀ ਜਿਹੜੀ ਹੈਗੀ ਆ ਉਹ ਇੱਕ ਤਾਂ ਜਦੋਂ ਉਹ ਗਰਭਵਤੀ ਔਰਤ ਹੋਏਗੀ ਉਹ ਖਦਾਨ ਦੇ ਅੰਦਰ ਨਹੀਂ ਜਾਏਗੀ, ਦੂਸਰਾ ਔਰਤ ਜਿਹੜੀ ਹੈ ਆਪਣੇ ਬੱਚੇ ਨੂੰ ਨਾਲ ਲੈ ਕੇ ਜਦੋਂ ਕੰਮ ਦੇ ਉੱਤੇ ਆਉਂਦੀ ਹੈ ਤੇ ਉਹਦੇ ਵਾਸਤੇ ਉੱਥੇ ਬਾਕਾਇਦਾ ਕਰਚਿਸ ਦਾ ਇੰਤਜ਼ਾਮ ਹੋਏਗਾ, ਔਰ ਤੀਸਰਾ ਔਰਤ ਜਾਤੀ ਵਾਸਤੇ ਜਿੱਥੇ ਉਹ ਪਹਿਲਾਂ ਉਹਨਾਂ ਵਾਸਤੇ ਕਿਤੇ ਪਖਾਨੇ ਦਾ ਕੋਈ ਇੰਤਜ਼ਾਮ ਨਹੀਂ ਸੀਗਾ, ਉਹਨਾਂ ਦੀ ਵਰਕ ਸਾਈਟ ਦੇ ਉੱਤੇ, ਉਹ ਵਰਕ ਸਾਈਟ ਦੇ ਉੱਤੇ ਉਹਨਾਂ ਦੀ ਖਦਾਨ ਦੇ ਉਹਨਾਂ ਸਾਈਟਾਂ ਦੇ ਉੱਤੇ ਵੀ ਜਿਹੜਾ ਪਖਾਨੇ ਦਾ ਇੰਤਜ਼ਾਮ ਅਲੱਗ ਤੋਂ ਕੀਤਾ ਗਿਆ। ਈਵਨ ਕਿ ਉਹ ਔਰਤ ਆਪਣੇ ਬੱਚੇ ਨੂੰ ਜਿਹੜਾ ਉਹਨੇ ਦੁੱਧ ਪਿਆਣਾ ਹੈ ਛੋਟੀ ਏਜ ਦੇ ਵਿੱਚ, ਉਹ ਦੁੱਧ ਪਿਆਣ ਦੇ ਸਮੇਂ ਵਾਸਤੇ ਉਹਦੇ ਲਈ ਅਲੱਗ ਤਰ੍ਹਾਂ ਦੇ ਜਿਹੜੇ ਆ ਇੰਤਜ਼ਾਮ ਇੱਥੋਂ ਤੇ ਉਹਨਾਂ ਨੇ ਇਸ ਤੱਕ ਦੇ ਰਾਈਟ ਜਿਹੜੇ ਆ, ਇਹ ਆਜ਼ਾਦੀ ਤੋਂ ਪਹਿਲਾਂ ਵਾਲਾ ਸਮਾਂ ਆ ਜਦੋਂ ਉਹ ਇੱਥੇ ਤੱਕ ਲੈ ਕੇ ਆਏ ਆ। ਔਰ ਉਹਦੇ ਚ ਉਹਨਾਂ ਨੇ ਰਾਏ ਸਾਹਿਬ ਕਿਹੜੇ ਸਾਲ ਦੀ ਗੱਲ ਹੈ ਇਹ ਸਰ ਅਪਰੋਕਸੀਮੇਟਲੀ ਜਿਹੜਾ 42 ਤੋਂ 46 ਵਾਲਾ ਪੀਰੀਅਡ ਹੈ ਜਦੋਂ ਉਹ ਬਤੌਰ ਲੇਬਰ ਮਿਨਿਸਟਰ ਵਾਇਸਰਾਏ ਦੇ ਉਹਦੇ ਚ ਜਿਹਨੂੰ ਅੱਜ ਦੀ ਡੇਟ ਚ ਆਪਾਂ ਕੈਬਨਿਟ ਰੈਂਕ ਕਹਿੰਦੇ ਆ, ਉਸ ਪੀਰੀਅਡ ਦੇ ਸਮੇਂ ਦੇ ਦੌਰਾਨ ਇਹਨਾਂ ਨੇ ਇਹ ਸਾਰੇ ਕੰਮ ਪਹਿਲਾਂ ਕਰ ਚੁੱਕੇ ਆ। ਔਰ ਉੱਥੇ ਉਹਨਾਂ ਨੇ ਜਿਹੜੀ ਉਹਦੀ ਸੈਲਰੀ ਹੈ ਉਹ ਵੀ ਮਰਦ ਦੇ ਬਰਾਬਰ, ਜਿਹਨੂੰ ਆਪਾਂ ਅੱਜ ਦੀ ਡੇਟ ਚ ਬਰਾਬਰ ਕੰਮ ਬਰਾਬਰ ਤਨਖਾਹ ਵਾਲਾ ਪਾਰਟ ਕਹਿੰਦੇ ਆ, ਉਹ ਵੀ ਉਹਨਾਂ ਨੂੰ ਲੈ ਕੇ ਦਿੱਤਾ। ਉਹਦੇ ਨਾਲ ਦੀ ਨਾਲ ਉਹਨਾਂ ਨੂੰ ਪ੍ਰਸੂਤੀ ਛੁੱਟੀ ਵਾਲਾ, ਪ੍ਰਸੂਤੀ ਛੁੱਟੀ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਤਨਖਾਹ, ਔਰ ਉਸ ਦੇ ਨਾਲ ਜਿਹੜੇ ਬੱਚੇ ਨੂੰ ਦੁੱਧ ਪਿਆਉਣ ਵਾਸਤੇ ਅਲੱਗ ਜਗ੍ਹਾ, ਬੱਚੇ ਦੇ ਕਰੈਚ ਦਾ ਇੰਤਜ਼ਾਮ, ਤੇ ਔਰਤਾਂ ਵਾਸਤੇ ਬਾਕਾਇਦਾ ਉਹਨਾਂ ਦੇ ਅਲੱਗ ਪਖਾਨਿਆਂ ਦਾ ਇੰਤਜ਼ਾਮ ਇੱਥੇ ਤੱਕ ਵੀ ਉਹਨਾਂ ਨੇ ਉਸ ਵੇਲੇ ਤੱਕ ਕਰਵਾ ਦਿੱਤਾ। ਔਰ ਇਸ ਤੋਂ ਬਾਅਦ ਵੀ ਅੱਗੇ ਉਹਨਾਂ ਨੇ ਇੱਥੇ ਰੁਕੇ ਨਹੀਂ, ਵੋਟ ਰਾਈਟ ਉਹਨਾਂ ਦਾ ਬਰਾਬਰ ਹੋ ਗਿਆ। ਵੋਟ ਰਾਈਟ ਤੋਂ ਬਾਅਦ ਇਹ ਵਾਲੇ ਜਿਹੜੇ ਆ ਵਰਕਿੰਗ ਰਾਈਟ ਉਹਨਾਂ ਨੂੰ ਬਰਾਬਰ ਮਿਲ ਗਏ। ਵਰਕਿੰਗ ਰਾਈਟ ਤੋਂ ਅੱਗੇ ਆ ਕੇ ਜਦੋਂ ਦੇਸ਼ ਆਜ਼ਾਦ ਹੋ ਜਾਂਦਾ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹਨਾਂ ਦੀ ਜਿਹੜੀ ਪਹਿਲੀ ਕੈਬਨਿਟ ਹੈ ਜਿਹਨੂੰ ਸਾਂਝੀ ਕੈਬਨਿਟ ਕਿਹਾ ਜਾਂਦਾ ਦੇਸ਼ ਦੀ, ਉਸ ਸਾਂਝੀ ਕੈਬਨਿਟ ਦੇ ਅੰਦਰ ਸਾਡੇ ਉਸ ਵੇਲੇ ਦੇ ਜੀ ਸਰ ਹਿੰਦੂ ਕੋਡ ਦਾ ਜਿਹੜਾ ਮਾਮਲਾ ਉਹ ਕਦੋਂ ਸ਼ੁਰੂਆਤ ਹੁੰਦੀ? ਮੈਂ ਸਰ ਉਸੇ ਤੇ ਆਣ ਲੱਗਾ ਜੰਡੂ ਸਾਹਿਬ, ਬਹੁਤ ਅੱਛਾ ਸਵਾਲ ਤੁਸੀਂ ਕੀਤਾ ਕਿ ਜਿੱਦਾਂ ਹੀ ਦੇਸ਼ ਆਜ਼ਾਦ ਹੁੰਦਾ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿਹੜੀ ਪਹਿਲੀ ਸਾਂਝੀ ਕੈਬਨਿਟ ਫਾਰਮ ਹੁੰਦੀ ਹੈ, ਉਸ ਸਾਂਝੀ ਕੈਬਨਿਟ ਦੇ ਅੰਦਰ ਡਾਕਟਰ ਅੰਬੇਦਕਰ ਸਾਹਿਬ ਨੂੰ ਵਿਸ਼ੇਸ਼ ਤੌਰ ਦੇ ਉੱਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਹੋਣਾ ਨੇ ਆਪਣੀ ਕੈਬਨਿਟ ਦੇ ਅੰਦਰ ਲਾ ਮਿਨਿਸਟਰ ਦਾ ਜਿਹੜਾ ਅਹੁਦਾ ਹੈ ਉਹਨਾਂ ਨੂੰ ਦਿੱਤਾ ਜਾਂਦਾ ਹੈ। ਸੋ ਲਾ ਮਿਨਿਸਟਰ ਦਾ ਅਹੁਦਾ ਦੇਣ ਦੇ ਨਾਲ ਨਾਲ ਡਾਕਟਰ ਅੰਬੇਦਕਰ ਸਾਹਿਬ, ਕਿਉਂਕਿ ਅੱਜ ਦੀ ਡੇਟ 'ਚ ਆਪਾਂ ਦੇਖਦੇ ਹਾਂ ਕਿ ਲਾ ਮਿਨਿਸਟਰ ਦੇ ਤੌਰ ਤੇ ਬਾਕੀ ਮਿਨਿਸਟਰੀਆਂ ਤੋਂ ਕਾਫੀ ਉਹਨੂੰ ਇਗਨੋਰਡ ਜਾਂ ਬਹੁਤ ਮਤਲਬ ਬਹੁਤਾ ਜ਼ਿਆਦਾ ਜਿਹੜਾ ਹੈ ਇੰਪੋਰਟੈਂਟ ਨਹੀਂ ਦਿੱਤੀ ਜਾਂਦੀ। ਬਟ ਉਸ ਵੇਲੇ ਡਾਕਟਰ ਅੰਬੇਦਕਰ ਸਾਹਿਬ ਨੂੰ ਉਹਨਾਂ ਦੇ ਰੁਤਬੇ ਦੇ ਬਰਾਬਰ ਉਹ ਜਿਹੜਾ ਅਹੁਦਾ ਨਾ ਵੀ ਮਿਲਿਆ, ਬਟ ਉਹਦੇ ਬਾਵਜੂਦ ਉਹਨਾਂ ਨੇ ਏਡਾ ਲਾ ਮਿਸਾਲ ਕੰਮ ਕਰਨ ਦੀ ਉਸ ਵੇਲੇ ਸੋਚ ਰੱਖੀ ਕਿ ਸਭ ਤੋਂ ਪਹਿਲਾਂ ਦੇਸ਼ ਦੇ ਅੰਦਰ ਜਿਹੜਾ ਸਿਸਟਮ ਚੱਲ ਰਿਹਾ ਸੀਗਾ, ਜਿਹੜਾ ਧਾਰਮਿਕ ਸਿਸਟਮ ਚੱਲ ਰਿਹਾ ਸੀਗਾ, ਉਸ ਧਾਰਮਿਕ ਸਿਸਟਮ ਨੂੰ ਉਹਨਾਂ ਨੇ ਬਹੁਤ ਲਾਗਿਓਂ ਸਟੱਡੀ ਕੀਤਾ। ਤੇ ਸਟੱਡੀ ਕਰਨ ਤੋਂ ਬਾਅਦ ਉਹਨਾਂ ਨੇ ਜਵਾਹਰ ਲਾਲ ਨਹਿਰੂ ਜੀ ਜਿਹੜੇ ਆਪਣੇ ਉਸ ਵੇਲੇ ਦੇ ਪ੍ਰਧਾਨ ਮੰਤਰੀ, ਉਹਨਾਂ ਦੇ ਨਾਲ ਇਹ ਗੱਲ ਸ਼ੇਅਰ ਕਰਨ ਤੋਂ ਬਾਅਦ ਇੱਥੇ ਤੱਕ ਉਹਨਾਂ ਦੇ ਨਾਲ ਸਹਿਮਤੀ ਹੋਈ ਕਿ ਇਹ ਜੇ ਔਰਤ ਨਾਲ ਜਿਹੜੀ ਗੈਰ ਬਰਾਬਰੀ ਹੈ, ਜਿਹੜਾ ਇਹਨਾਂ ਨੂੰ ਪਿੱਛੇ ਧਕੇਲ ਦਿੱਤਾ ਗਿਆ, ਇਹਨਾਂ ਦੇ ਹੱਕਾਂ ਤੋਂ ਇਹਨਾਂ ਨੂੰ ਵਾਂਝਿਆ ਕੀਤਾ ਗਿਆ, ਜੇ ਇਹਨਾਂ ਨੂੰ ਇਹਨਾਂ ਦੇ ਹੱਕਾਂ ਦੇ ਬਰਾਬਰ ਲੈ ਕੇ ਇਹਨਾਂ ਨੂੰ ਹੱਕ ਦੇਣੇ ਆ, ਇਹਨਾਂ ਨੂੰ ਨੈਚੁਰਲ ਰਾਈਟਸ ਔਰ ਜਿਹੜੇ ਹਿਊਮਨ ਰਾਈਟਸ ਦੇ ਬਰਾਬਰ ਦੇ ਜਿਹੜੇ ਭਾਗੀਦਾਰ ਬਣਾਉਣਾ ਹੈ, ਤੇ ਉਹਦੇ ਲਈ ਆਪਾਂ ਨੂੰ ਜਿਹੜਾ ਭਾਰਤ ਦੇ ਅੰਦਰ ਹਿੰਦੂ ਸਿਸਟਮ ਚੱਲਦਾ ਹੈ, ਜਿਹੜਾ ਹਿੰਦੂ ਮੈਰਿਜ ਐਕਟ ਹੈਗਾ, ਹਿੰਦੂ ਜਿਹੜਾ ਅਧਿਕਾਰਾਂ ਵਾਲਾ ਪਾਰਟ ਹੈਗਾ, ਉਹਨੂੰ ਸਾਰੇ ਨੂੰ ਆਪਾਂ ਨੂੰ ਦੇਖਣਾ ਪਏਗਾ। ਤੇ ਉਸ ਵੇਲੇ ਜਵਾਹਰ ਲਾਲ ਨਹਿਰੂ ਜੀ ਨੇ ਇਹਨਾਂ ਨੂੰ ਸਹਿਮਤੀ ਦਿੱਤੀ ਔਰ ਡਾਕਟਰ ਅੰਬੇਦਕਰ ਸਾਹਿਬ ਨੇ ਸੰਵਿਧਾਨ ਬਣਨ ਤੋਂ ਪਹਿਲਾਂ ਹੀ ਇਸ ਵਿਸ਼ੇ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਔਰ ਕੰਮ ਇਸ ਲੈਵਲ ਤੱਕ ਕੀਤਾ ਕਿ ਇਹਨੂੰ ਆਪਾਂ ਹਿੰਦੂ ਕੋਡ ਬਿੱਲ ਦੇ ਨਾਂ ਦੇ ਨਾਲ ਜਾਣਦੇ ਹਾਂ। ਔਰ ਉਹ ਹਿੰਦੂ ਕੋਡ ਬਿੱਲ ਦੇ ਵਿੱਚ ਆ ਕੇ ਉਹਨਾਂ ਨੇ ਜਿਹੜੇ ਲਾ ਮਿਸਾਲ ਕੰਮ ਕੀਤੇ ਆ, ਜੇ ਅੱਜ ਦੀ ਜਿਹੜੀ ਭਾਰਤ ਦੇਸ਼ ਦੇ ਅੰਦਰ ਰਹਿ ਰਹੀ ਔਰਤ ਹੈ, ਜੇ ਉਹਦੀ ਪ੍ਰਗਤੀ ਦਾ ਮੁੱਢਲਾ ਆਪਾਂ ਸਿਧਾਂਤ ਦੇਖਦੇ ਹਾਂ ਜਾਂ ਉਹਨਾਂ ਦੀ ਪ੍ਰਗਤੀ ਵਾਸਤੇ ਜਿਹੜੀਆਂ ਜ਼ਰੂਰੀ ਚੀਜ਼ਾਂ ਆਪਾਂ ਸਾਹਮਣੇ ਦੇਖਦੇ ਹਾਂ, ਤਾਂ ਉਹ ਮੈਂ ਸਮਝਦਾ ਕਿ ਜੇ ਉਹ ਹਿੰਦੂ ਕੋਡ ਬਿੱਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਉਸ ਵੇਲੇ ਡਰਾਫਟ ਨਾ ਕਰਦੇ ਤੇ ਸ਼ਾਇਦ ਅੱਜ ਦੀ
ਭਾਰਤ ਦੇ ਅੰਦਰ ਜਿਹੜੀ ਔਰਤ ਦੀ ਆਪਾਂ ਨੂੰ ਦਸ਼ਾ ਤੇ ਦਿਸ਼ਾ ਨਜ਼ਰ ਆ ਰਹੀ ਹੈ, ਇਹ ਸ਼ਾਇਦ ਇਹਦਾ ਬਿਲਕੁਲ ਦੂਸਰਾ ਪਾਸਾ ਆਪਾਂ ਨੂੰ ਆਪਣੇ ਸਾਹਮਣੇ ਹੋਣਾ ਸੀ, ਕਿਉਂਕਿ ਔਰਤ ਦੇ ਕੋਲ ਜਾਇਦਾਦ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ, ਔਰਤ ਨੂੰ ਕਿਸੇ ਤਰ੍ਹਾਂ ਦਾ ਜਿਹੜੀ ਹੈ ਪ੍ਰੋਟੈਕਸ਼ਨ ਲੈਣ ਦੀ ਕੋਈ ਜਿਹੜੀ ਹੈਗੀ ਹੈ ਉਹਦੇ ਕੋਲ ਸਾਧਨ ਨਹੀਂ ਹੈ, ਔਰ ਔਰਤ ਨੂੰ ਕੋਈ ਬਰਾਬਰ ਦਾ ਕੋਈ ਅਧਿਕਾਰ ਨਹੀਂ ਹੈ। ਉਹਦੇ ਚ ਖਾਸ ਤੌਰ ਦੇ ਉੱਤੇ ਵੀ ਜੇ ਉਹ ਅਧਿਕਾਰ ਜਾਇਦਾਦ ਰੱਖਣ ਦਾ ਨਹੀਂ ਹੈ ਤੇ ਪੜ੍ਹਾਈ ਕਰਨ ਦਾ ਵੀ ਨਹੀਂ ਹੈ। ਜੇ ਪੜ੍ਹਾਈ ਕਰਨ ਦਾ ਨਹੀਂ ਹੈ ਤੇ ਔਰਤ ਦਾ ਪਤੀ ਚਾਹੇ ਸ਼ਰਾਬੀ ਹੋਵੇ, ਚਾਹੇ ਉਹ ਧਾਰਮਿਕ ਤੌਰ ਦੇ ਉੱਤੇ ਸੰਤ ਮਹਾਤਮਾ ਜਾਂ ਰਿਸ਼ੀ ਮੁਨੀ ਘਰ ਛੱਡ ਕੇ ਵੀ ਚਲੇ ਜਾਵੇ, ਉਹ ਔਰਤ ਤੀਸਰਾ, ਚਾਹੇ ਔਰਤ ਦਾ ਪਤੀ ਸ਼ਰਾਬੀ ਹੋਣ ਦੇ ਨਾਲ ਨਾਲ ਰੋਜ਼ ਕੁੱਟਮਾਰ ਵੀ ਕਰਦਾ ਹੋਵੇ ਤੇ ਉਹ ਔਰਤ ਉਹਦੇ ਕੋਲੋਂ ਆਪਣਾ, ਜਿਹਨੂੰ ਪੱਲਾ ਛਡਾਣਾ ਕਹਿੰਦੇ ਆ ਆਪਾਂ, ਤਲਾਕ ਨਹੀਂ ਲੈ ਸਕਦੀ ਸੀਗੀ। ਇਦਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਸੀ। ਇੱਥੋਂ ਤੱਕ ਕਿ ਜੇ ਔਰਤ ਦਾ ਪਤੀ ਮਰ ਜਾਵੇ ਤੇ ਔਰਤ ਨੂੰ ਆਪਣੀ ਉਪਜੀਵਿਕਾ ਜਿਹੜੀ ਹੈ ਉਹਨੂੰ ਚੱਲਦਾ ਰੱਖਣ ਵਾਸਤੇ ਜਾਂ ਆਪਣਾ ਦਿਨ ਪ੍ਰਤੀ ਦਿਨ ਦੀਆਂ ਜਿਹੜੀਆਂ ਜ਼ਰੂਰਤਾਂ ਉਹਨੂੰ ਪੂਰੀਆਂ ਕਰਨ ਵਾਸਤੇ ਉਹਦੇ ਕੋਲ ਕੋਈ ਸਾਧਨ ਨਹੀਂ ਸੀ ਹੁੰਦਾ। ਸੋ ਇੱਥੋਂ ਤੱਕ ਦੀ ਮਾੜੀ ਹਾਲਤ ਜਿਹੜੀ ਸੀ ਉਹਦੇ ਚੋਂ ਕੱਢਣ ਵਾਸਤੇ ਡਾਕਟਰ ਅੰਬੇਦਕਰ ਸਾਹਿਬ ਨੇ ਫਿਰ ਜਿਹੜਾ ਹਿੰਦੂ ਕੋਡ ਬਿੱਲ ਹੈ ਉਹਨੂੰ ਡਰਾਫਟ ਕੀਤਾ, ਔਰ ਇਸ ਹਿੰਦੂ ਕੋਡ ਬਿੱਲ ਦੇ ਅੰਦਰ ਉਹਨਾਂ ਨੇ ਪ੍ਰਾਵਧਾਨ ਕੀ ਕੀਤੇ, ਉਹਦੇ ਚ ਸਹਿਮਤੀ ਬਣ ਗਈ ਸਾਰੀ ਕੈਬਨਿਟ ਦੀ ਉਸ ਦੇ ਉੱਤੇ। ਮੈਂ ਸਰ ਉਹੀ ਦੱਸਣ ਲੱਗਾ ਕਿ ਪਹਿਲਾਂ ਆਪਾਂ ਨੂੰ ਪਤਾ ਹੋਵੇ ਕਿ ਉਹਦੇ ਚ ਪ੍ਰਾਵਧਾਨ ਜਿਹੜੇ ਕੀ ਕੀਤੇ ਆ। ਉਹ ਹਿੰਦੂ ਕੋਡ ਬਿੱਲ ਦੇ ਉੱਤੇ ਸਹਿਮਤੀ ਨਹੀਂ ਹੋ ਰਹੀ, ਉਹਨਾਂ ਨੇ ਉਹਦੇ ਚ ਪ੍ਰਾਵਧਾਨ ਕੀਤੇ ਕਿ ਔਰਤ ਨੂੰ ਪਹਿਲਾਂ ਤਾਂ ਜਿਹੜੀ ਉਹਦੀ ਪੁਸ਼ਤੈਨੀ ਜਾਇਦਾਦ ਹੈਗੀ ਆ ਉਹਦੇ ਚ ਵੀ ਹਿੱਸੇਦਾਰ ਹੋਣਾ ਚਾਹੀਦਾ, ਜਿਹੜੇ ਉਹਦੀ ਪਤੀ ਦੇ ਜੋ ਉਹਦੇ ਸਾਧਨ ਹੈਗੇ ਆ ਉਹਦੇ ਚ ਵੀ ਉਹਦਾ ਹਿੱਸਾ ਹੋਣਾ ਚਾਹੀਦਾ, ਜਿਹੜੀ ਔਰਤ ਦੇ ਪੇਟ ਚੋਂ ਬੱਚਾ ਪੈਦਾ ਹੋਣਾ ਆ ਚਾਹੇ ਉਹ ਲੜਕੀ ਹੈ ਉਹਨੂੰ ਵੀ ਉਨੇ ਹੀ ਅਧਿਕਾਰ ਹੋਣੇ ਚਾਹੀਦੇ ਆ, ਤੇ ਜਿਹੜੀ ਉਹਦੇ ਘਰ ਚ ਉਹਦੀ ਪੁੱਤਰ ਵਧੂ ਨੇ ਵਿਆਹ ਕੇ ਆਉਣਾ ਆ ਉਹਦੇ ਅਧਿਕਾਰ ਵੀ ਹੋਣੇ ਚਾਹੀਦੇ ਆ। ਤੇ ਔਰਤ ਨੂੰ ਪੜ੍ਹਨ ਦੇ ਨਾਲ ਨਾਲ ਆਪਣੇ ਪਤੀ ਦੇ ਵਿਵਹਾਰ ਦੇ ਮੁਤਾਬਕ ਉਹਦੇ ਕੋਲੋਂ ਜੇ ਜ਼ਰੂਰਤ ਪਵੇ, ਜੇ ਉਹ ਕਿਸੇ ਘਾਤਕ ਬਿਮਾਰੀ ਦਾ ਸ਼ਿਕਾਰ ਵੀ ਹੈ ਜਾਂ ਉਹ ਇੱਥੋਂ ਤੱਕ ਦਾ ਕਿ ਜਿਹਨੂੰ ਅੱਜ ਡੋਮੈਸਟਿਕ ਵਾਇਲੈਂਸ ਕਹਿੰਦੇ ਆ ਉਹ ਕਰਨ ਵਾਲਾ ਆ, ਜਾਂ ਉਹ ਧਾਰਮਿਕ ਤੌਰ ਦੇ ਉੱਤੇ ਘਰ ਛੱਡ ਕੇ ਚਲੇ ਜਾਂਦਾ, ਤੇ ਜਾਂ ਉਹ ਦੂਸਰੀ ਔਰਤ ਵਿਆਹ ਲਿਆਉਂਦਾ, ਜਾਂ ਉਹ ਆਪਣੇ ਘਰ ਦੇ ਅੰਦਰ ਇੱਕ ਔਰਤ ਦੇ ਹੁੰਦਿਆਂ ਹੋਇਆਂ ਦੂਸਰਾ ਨਾ ਵਿਆਹ ਕਰਾ ਕੇ ਵੀ ਕੋਈ ਔਰਤ ਲੈ ਆਉਂਦਾ ਤੇ ਇਦਾਂ ਦੀ ਹਾਲਤ ਦੇ ਅੰਦਰ ਉਹਦੇ ਕੋਲੋਂ ਤਲਾਕ ਲੈ ਸਕੇ, ਤੇ ਜਿਹੜੇ ਬੱਚੇ ਉਹਦੇ ਕੋਲ ਹੈਗੇ ਆ ਉਹਨਾਂ ਨੂੰ ਵੀ ਉਹਦੇ ਆਪਣੇ ਬਾਪ ਦੇ ਜਿਹੜੇ ਜਾਇਦਾਦ ਹੈਗੀ ਆ ਉਹਦੇ ਚੋਂ ਹਿੱਸੇਦਾਰ ਬਣਾ ਸਕੇ। ਇੱਥੋਂ ਤੱਕ ਦੇ ਪ੍ਰਾਵਧਾਨ ਜਿਹੜੇ ਆ ਡਾਕਟਰ ਅੰਬੇਦਕਰ ਸਾਹਿਬ ਨੇ ਉਹਦੇ ਚ ਕੀਤੇ। ਪਰ ਇਸ ਦੇਸ਼ ਦੇ ਅੰਦਰ ਜਿਹੜੀ ਵਿਵਸਥਾ ਚੱਲ ਰਹੀ ਸੀਗੀ ਉਹ ਵਿਵਸਥਾ ਦੇ ਅੰਦਰ, ਚਾਹੇ ਇਸ ਬਿੱਲ ਨੂੰ ਡਰਾਫਟ ਕਰਨ ਤੋਂ ਪਹਿਲਾਂ ਡਾਕਟਰ ਅੰਬੇਦਕਰ ਸਾਹਿਬ ਨੂੰ ਸਾਡੇ ਉਸ ਵੇਲੇ ਦੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਹੈ ਉਹਨਾਂ ਨੇ ਆਪਣੀ ਸਹਿਮਤੀ ਜ਼ਰੂਰ ਦੇ ਦਿੱਤੀ ਸੀਗੀ, ਬਟ ਜਿੱਦਾਂ ਹੀ ਇਹ ਬਿੱਲ ਸਦਨ ਦੇ ਪਟਲ ਦੇ ਉੱਤੇ ਲਿਆਂਦਾ ਗਿਆ ਤੇ ਇਹਦੇ ਤੇ ਸਹਿਮਤੀ ਤਾਂ ਬਹੁਤ ਦੂਰ ਦੀ ਗੱਲ ਹੈ, ਇਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਪਟਲ ਦੇ ਅੰਦਰ, ਹਾਊਸ ਦੇ ਅੰਦਰ ਵੀ ਇਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਔਰ ਹਾਊਸ ਤੋਂ ਬਾਹਰ ਵੀ ਇਹਦਾ ਜਿਹੜਾ ਵਿਰੋਧ ਹੈ ਬਹੁਤ ਵੱਡੇ ਪੱਧਰ ਤੇ ਹੋਣਾ ਸ਼ੁਰੂ ਹੋ ਗਿਆ। ਔਰ ਉਹ ਵਿਰੋਧ ਇਸ ਪੱਧਰ ਤੱਕ ਚਲਾ ਗਿਆ ਕਿ ਜਿਹੜੀਆਂ ਔਰਤਾਂ ਹੈ ਜਿਨ੍ਹਾਂ ਨੂੰ ਇਹ ਆਜ਼ਾਦੀ ਜਿਹੜੀ ਮਿਲਣੀ ਸੀਗੀ, ਜਿਹੜੀ ਆਜ਼ਾਦੀ 1947 ਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਨਹੀਂ ਮਿਲੀ ਸੀਗੀ, ਔਰ ਸੰਵਿਧਾਨ ਦੇ ਅੰਦਰ ਜਿਹੜੇ ਪ੍ਰਾਵਧਾਨ ਹੋ ਜਾਣ ਦੇ ਬਾਵਜੂਦ ਵੀ ਉਸ ਲੈਵਲ ਦੀ ਜਿਹੜੀ ਆਜ਼ਾਦੀ ਨਹੀਂ ਮਿਲੀ ਸੀ ਕਿ ਜਿਹੜੀ ਆਜ਼ਾਦੀ ਇਸ ਹਿੰਦੂ ਕੋਡ ਬਿੱਲ ਨੇ ਇਹਨਾਂ ਨੂੰ ਦੇਣੀ ਸੀ। ਉਹ ਬਿੱਲ ਜਿਹੜਾ ਹੈ ਉਹਦੇ ਤੇ ਇਸ ਕਦਰ ਉਹਦੇ ਤੇ ਵਿਰੋਧ ਹੋਣਾ ਸ਼ੁਰੂ ਹੋਇਆ ਕਿ ਉਸ ਵੇਲੇ ਦੇ ਜਿਹੜੇ ਰਾਸ਼ਟਰਪਤੀ ਸਾਹਿਬ ਹੈ ਉੱਥੇ ਤੱਕ ਪਹੁੰਚ ਕੀਤੀ ਗਈ ਕਿ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਜੀ ਉਹਨਾਂ ਨੂੰ ਕਿਹਾ ਗਿਆ ਕਿ ਇਸ ਬਿੱਲ ਨੂੰ ਵਾਪਸ ਲੈਣ ਵਾਸਤੇ ਜਵਾਹਰ ਲਾਲ ਨਹਿਰੂ ਜੀ ਉੱਤੇ ਇੱਥੋਂ ਤੱਕ ਦਬਾਅ ਬਣਾ ਦਿੱਤਾ ਜਾਵੇ। ਔਰ ਇਹ ਦਬਾਅ ਇੱਥੋਂ ਤੱਕ ਬਣ ਗਿਆ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਆਪਣਾ ਅਸਤੀਫਾ ਦੇਣ ਤੱਕ ਵੀ ਡਾਕਟਰ ਅੰਬੇਦਕਰ ਸਾਹਿਬ ਨੂੰ ਕਹਿ ਦਿੱਤਾ। ਔਰ ਜਦੋਂ ਡਾਕਟਰ ਅੰਬੇਦਕਰ ਸਾਹਿਬ ਨੇ ਔਰਤ ਦੇ ਵਿਸ਼ੇ ਦੇ ਉੱਤੇ ਸਰਕਾਰ ਦਾ, ਸਰਕਾਰੀ ਕੈਬਨਿਟ ਦਾ, ਰਾਸ਼ਟਰਪਤੀ ਦਾ ਔਰ ਪ੍ਰਧਾਨ ਮੰਤਰੀ ਦਾ ਇਹ ਰਵੱਈਆ, ਔਰ ਇੱਥੋਂ ਤੱਕ ਜਿਹੜੀ ਔਰਤ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਨਹੀਂ ਹੈ ਉਹ ਵੀ ਵਿਰੋਧ ਦੇ ਅੰਦਰ ਖੜੀ ਹੈ। ਜਿਹੜੇ ਧਾਰਮਿਕ ਲੋਕ ਇਸ ਦੇਸ਼ ਦੇ ਅੰਦਰ ਧਾਰਮਿਕ ਸੰਸਥਾਵਾਂ ਨੂੰ ਚਲਾਉਂਦੇ ਆ ਉਹ ਵੀ ਇਸ ਬਿੱਲ ਦੇ ਵਿਰੋਧ ਦੇ ਅੰਦਰ ਖੜੇ ਹੋ ਜਾਂਦੇ ਆ। ਤੇ ਫਿਰ ਡਾਕਟਰ ਅੰਬੇਦਕਰ ਸਾਹਿਬ ਇਸ ਕਦਰ ਦੁਖੀ ਹੁੰਦੇ ਆ ਕਿ ਉਹਨਾਂ ਨੂੰ ਆਪਣੇ ਇਸ ਬਿੱਲ ਨੂੰ ਪਾਸ ਨਾ ਹੋਣ ਦੇਣ ਔਰ ਔਰਤ ਦੀ ਦਸ਼ਾ ਤੇ ਦਿਸ਼ਾ ਨੂੰ
ਸੁਧਾਰਨ ਵਾਸਤੇ ਜਿਹੜਾ ਕੰਮ ਉਹਨਾਂ ਨੇ ਕਰਨਾ ਚਾਹਿਆ, ਉਹਦੇ 'ਚ ਇਸ ਪੱਧਰ ਦੇ ਉੱਤੇ ਵਿਰੋਧ ਹੋਣ ਦੇ ਕਰਕੇ ਡਾਕਟਰ ਅੰਬੇਦਕਰ ਸਾਹਿਬ ਨੇ ਆਪਣੇ ਪਹਿਲੇ ਲਾ ਮਿਨਿਸਟਰ ਦੇ ਅਹੁਦੇ ਤੋਂ ਅਸਤੀਫਾ ਤੱਕ ਦੇ ਦਿੱਤਾ। ਇਹ ਸਥਿਤੀ ਉਸ ਵੇਲੇ ਬਣੀ। ਹਾਂ, ਇਹ ਗੱਲ ਅਲੱਗ ਹੈ ਕਿ ਉਸ ਤੋਂ ਬਾਅਦ ਇਹ ਬਿੱਲ ਜਿਹੜਾ ਉਸ ਵੇਲੇ ਜਦੋਂ ਤੱਕ ਡਾਕਟਰ ਅੰਬੇਦਕਰ ਸਾਹਿਬ ਨੇ ਹਾਊਸ ਦੇ ਵਿੱਚੋਂ ਅਸਤੀਫਾ ਦਿੱਤਾ, ਉਦੋਂ ਤੱਕ ਇਹਦੀਆਂ ਜਿਹੜੀਆਂ 4 ਮੱਦਾਂ ਹੈ ਉਹ ਪਾਸ ਹੋ ਚੁੱਕੀਆਂ ਸੀਗੀਆਂ, ਔਰ 4 ਮੱਦਾਂ ਤੋਂ ਬਾਅਦ ਜਿਹੜਾ ਬਾਕੀ ਦਾ ਬਿੱਲ ਹੈ, ਦੁਬਾਰਾ ਤੋਂ ਜਦੋਂ ਦੇਸ਼ ਦੇ ਅੰਦਰ ਇਲੈਕਸ਼ਨ ਹੁੰਦੀ ਹੈ ਔਰ ਉਸ ਇਲੈਕਸ਼ਨ ਦੇ ਅੰਦਰ ਪੰਡਤ ਜਵਾਹਰ ਲਾਲ ਨਹਿਰੂ ਜੀ ਆਪਣੀ ਜਿਹੜੀ ਉਹਨਾਂ ਦੀ ਪਾਰਟੀ ਹੈ, ਜਿਹੜੀ ਉਹਨਾਂ ਦੀ ਆਪਣੇ ਜਿਹੜੇ ਕੋਰ ਗਰੁੱਪ ਦੇ ਮੈਂਬਰ ਹੈ, ਉਹਨਾਂ ਦੇ ਨਾਲ ਪਬਲਿਕ ਦੇ ਅੰਦਰ ਫਿਰ ਇਸ ਵਿਸ਼ੇ ਦੇ ਉੱਤੇ ਮੈਂਡੇਟ ਲੈ ਕੇ ਦੁਬਾਰਾ ਆਉਂਦੇ ਆ ਕਿ ਅਸੀਂ ਔਰਤ ਦੀ ਦਸ਼ਾ ਤੇ ਜਿਹੜੀ ਦਿਸ਼ਾ ਹੈਗੀ ਆ ਉਹਨੂੰ ਸੁਧਾਰਨ ਵਾਸਤੇ ਬਿੱਲ ਲੈ ਕੇ ਆਵਾਂਗੇ। ਫਿਰ ਉਹ ਬਿੱਲ ਜਿਹੜਾ ਹੈ ਜਦੋਂ ਦੁਬਾਰਾ ਕੈਬਨਿਟ ਬਣਦੀ ਹੈ ਤੇ ਉਹ ਬਿੱਲ ਜਿਹੜਾ ਹੈ ਉਹਨੂੰ ਫਿਰ ਵੱਖਰੇ ਵੱਖਰੇ ਐਕਟ ਦੇ ਰੂਪ ਦੇ ਅੰਦਰ ਜਿਹੜਾ ਹੈ ਉਹ 3 ਭਾਗਾਂ ਦੇ ਅੰਦਰ ਲਿਆਂਦਾ ਜਾਂਦਾ। ਔਰ ਅੱਜ ਦੀ ਜਿਹੜੀ ਸਥਿਤੀ ਹੈ, ਉਹ ਬਿੱਲ ਪੂਰਾ ਨਾ ਹੋਣ ਦੇ ਬਾਵਜੂਦ ਵੀ ਅੱਜ ਔਰਤ ਦੇ ਕੋਲ ਉਹ ਲਗਭਗ ਸਾਰੇ ਅਧਿਕਾਰ ਹੈ ਕਿ ਉਹ ਆਪਣੀ ਪੁਸ਼ਤੈਨੀ ਜਾਇਦਾਦ ਜਿਹੜੀ ਉਹਦੀ ਮਾਂ ਪਿਤਾ ਦੀ ਹੈ ਉਹਦੇ ਵਿੱਚੋਂ ਹਿੱਸਾ ਲੈ ਸਕਦੀ ਹੈ, ਨੰਬਰ 1। ਨੰਬਰ 2, ਉਹ ਆਪਣੀ ਐਜੂਕੇਸ਼ਨ ਗ੍ਰਹਿਣ ਕਰਕੇ ਤੇ ਆਪਣੇ ਮੁਤਾਬਕ ਆਪਣਾ ਕਿੱਤਾ ਕਰ ਸਕਦੀ ਹੈ। ਇਸ ਤੋਂ ਅੱਗੇ ਚੱਲ ਕੇ ਉਹ ਆਪਣੇ ਪਤੀ ਦਾ, ਚਾਹੇ ਉਹ ਇਕਲੌਤੀ ਉਹਦੀ ਪਤਨੀ ਹੈ, ਜੇ ਉਹ ਇਸ ਤਰ੍ਹਾਂ ਦੀ ਬਿਮਾਰੀ ਨਾਲ ਗ੍ਰਸਤ ਹੈ ਕਿ ਜਿਹਦੇ ਕਰਕੇ ਉਹਦੇ ਨਾਲ ਨਹੀਂ ਰਹਿ ਸਕਦੀ, ਉਹਦੇ ਤੋਂ ਤਲਾਕ ਲੈ ਸਕਦੀ ਹੈ। ਨੰਬਰ 2, ਜੇ ਉਹ ਇਸ ਕਦਰ ਡੋਮੈਸਟਿਕ ਵਾਇਲੈਂਸ ਕਰਦਾ ਹੈ ਤੇ ਉਹ ਔਰਤ ਡੋਮੈਸਟਿਕ ਵਾਇਲੈਂਸ ਦੇ ਅਗੇਂਸਟ ਉਹਦੇ ਤੋਂ ਜਿਹੜਾ ਹੈ ਬਕਾਇਦਾ ਤਲਾਕ ਲੈ ਸਕਦੀ ਹੈ। ਔਰ ਕੱਲਾ ਤਲਾਕ ਨਹੀਂ ਲੈ ਸਕਦੀ, ਉਹਦੇ ਕੋਲੋਂ ਆਪਣਾ ਜਿਹੜਾ ਹੈ ਉਹ ਦਿਨ ਪ੍ਰਤੀ ਦਿਨ ਦੀਆਂ ਜਿਹੜੀਆਂ ਉਹਦੀਆਂ ਜ਼ਰੂਰਤਾਂ ਉਹਨੂੰ ਪੂਰਾ ਕਰਨ ਵਾਸਤੇ ਉਹ ਬਕਾਇਦਾ ਆਪਣਾ ਗੁਜ਼ਾਰਾ ਭੱਤਾ ਜਿਹੜਾ ਹੈ ਉਹ ਵੀ ਲੈ ਸਕਦੀ ਹੈ। ਉਸ ਦੇ ਨਾਲ ਰਾਏ ਸਾਹਿਬ ਠੀਕ ਹੈ, ਸਾਰਾ ਇਹ ਤਾਂ ਆਪਣੇ ਇਸ ਵੇਲੇ ਹੈਗੀ ਸਥਿਤੀ ਜਿਹੜੀ ਹਿੰਦੁਸਤਾਨ ਤੁਸੀਂ ਬਿਆਨ ਕਰ ਰਹੇ ਹੋ, ਪਰ ਉਸ ਦੇ ਨਾਲ ਇਹ ਹਿੰਦੁਸਤਾਨ 'ਚ ਇਸ ਵੇਲੇ ਔਰਤ ਦੀ ਜਿਹੜੀ ਸਥਿਤੀ ਹੈ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਬਹੁਤ ਲੰਬੇ ਸਮੇਂ ਤੋਂ ਜਿਹੜਾ ਔਰਤਾਂ ਦੇ 33% ਰਾਖਵੇਂ ਕਰਨ ਦੀ ਗੱਲ ਆ ਰਹੀ ਹੈ, ਪਰ ਉਹਦੇ ਤੇ ਸਾਰੀਆਂ ਪਾਰਟੀਆਂ ਦੀ ਜਿਹੜੀ ਸਥਿਤੀ ਹੈ ਉਹ ਵੱਖ-ਵੱਖ ਹੈਗੀ ਹੈ। ਤੇ ਇਹ ਬਿੱਲ ਜਿਹੜਾ ਕਾਂਗਰਸ ਦੇ ਸਮੇਂ ਦਾ ਰਾਜ ਸਭਾ 'ਚ ਪਿਆ ਹੈ, ਜਿਹੜਾ ਕਿ ਅਜੇ ਤੱਕ ਪਾਸ ਨਹੀਂ ਹੋ ਸਕਿਆ, ਕਈ ਪਾਰਟੀਆਂ ਨੇ ਇਸ ਦਾ ਵਿਰੋਧ ਵੀ ਕੀਤਾ, ਤਾਂ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹਾਂ, ਬਹੁਤ ਅੱਛਾ ਜੰਡੂ ਸਾਹਿਬ ਸਵਾਲ ਹੈ ਤੁਹਾਡਾ, ਔਰ ਇਹ ਜ਼ਮੀਨੀ ਪੱਧਰ ਦੇ ਉੱਤੇ ਇਹਨੂੰ ਬਕਾਇਦਾ ਡਿਸਕਸ ਕਰਨਾ ਵੀ ਬਹੁਤ ਜ਼ਰੂਰੀ ਹੈ। ਸਰ ਦੇਖੋ ਕਿ ਅੱਧੀ ਵਸੋਂ ਹੈ, ਅੱਧੀ ਵਸੋਂ ਹੋਣ ਦੇ ਬਾਵਜੂਦ ਲਗਭਗ ਆਪਾਂ ਨੂੰ ਆਜ਼ਾਦ ਹੋਇਆ ਆਪਾਂ 74 ਸਾਲ ਹੋ ਚੁੱਕੇ ਆ। 74 ਸਾਲ ਬੀਤਣ ਤੋਂ ਬਾਅਦ ਵੀ ਲਗਭਗ ਆਪਾਂ 71 ਸਾਲ ਜਿਹੜੀ ਹੈਗੀ ਆ ਉਹ ਆਪਣਾ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹਨੂੰ ਲਾਗੂ ਹੋਣ ਪਲੱਸ ਹੋ ਚੁੱਕੇ ਆ। ਉਹਦੇ ਬਾਵਜੂਦ ਜਿਹੜੇ ਉਹਦੇ ਰਾਈਟਸ ਬਣਦੇ ਆ, ਐਕਟ ਬਣਾ ਚੁੱਕੇ ਆ ਆਪਾਂ, ਐਕਟਸ ਬਣਨ ਤੋਂ ਬਾਅਦ ਵੀ ਉਹ ਜਿਹੜੇ ਰਾਈਟ ਹੈਗੇ ਆ ਉਹਨਾਂ ਨੂੰ ਦੇਣ ਤੋਂ ਹਜੇ ਵੀ ਇਹ ਜਿਹੜਾ ਸਿਸਟਮ ਹੈ ਇਨਕਾਰੀ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਕਿਸੇ ਲੈਵਲ ਦੇ ਉੱਤੇ, ਚਾਹੇ ਉਹ ਕਾਂਗਰਸ ਹੈ ਚਾਹੇ ਉਹ ਦੂਜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਰੂਲ ਕਰ ਰਹੀਆਂ, ਇਹ ਇੱਕ ਪਾਸੇ ਤਾਂ ਜਦੋਂ ਇਲੈਕਸ਼ਨ ਆਉਂਦੀ ਹੈ ਉਸ ਇਲੈਕਸ਼ਨ ਦੇ ਅੰਦਰ ਆਪਣੇ ਮੈਨੀਫੈਸਟੋ ਦੇ ਥਰੂ ਜਾਂ ਆਪਣੇ ਲੈਕਚਰ ਦੇ ਥਰੂ ਲੋਕਾਂ ਨੂੰ ਜਾਂ ਖਾਸ ਕਰਕੇ ਇਸ ਵਰਗ ਨੂੰ ਇਹ ਤਾਂ ਕਹਿ ਦਿੱਤਾ ਜਾਂਦਾ ਕਿ ਅਸੀਂ ਰਾਖਵਾਂਕਰਨ ਦਾ ਬਿੱਲ ਲੈ ਕੇ ਆਵਾਂਗੇ, ਬਟ ਜਦੋਂ ਰਾਖਵਾਂਕਰਨ ਬਿੱਲ ਆਉਂਦਾ ਆ ਤੇ ਆਪਾਂ ਦੇਖ ਲਈਏ ਕਿ ਏਡੇ ਏਡੇ ਦਮਗਜੇ ਮਾਰਨ ਵਾਲੀਆਂ ਪਾਰਟੀਆਂ ਨੇ ਹਜੇ ਤੱਕ ਜਿਹੜੀ ਉਹ 30-33% ਜਿਹੜੀ ਰਿਜ਼ਰਵੇਸ਼ਨ ਹੈ ਉਸ ਰਿਜ਼ਰਵੇਸ਼ਨ ਨੂੰ ਦੇਣ ਤੋਂ ਵੀ ਇਨਕਾਰੀ ਹੈ। ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਮਰਦ ਪ੍ਰਧਾਨ ਦੇਸ਼ ਹੈ ਉਸ ਮਰਦ ਪ੍ਰਧਾਨ ਦੇਸ਼ ਦੇ ਅੰਦਰ ਹਜੇ ਵੀ ਉਹ ਜਿਹੜੀ ਮਾਨਸਿਕਤਾ ਹੈਗੀ ਆ ਉਹ ਮਾਨਸਿਕਤਾ ਉਹਨੂੰ ਛੱਡਣ ਨੂੰ ਤਿਆਰ ਨਹੀਂ ਹੈ। ਸੋ ਜਦੋਂ ਤੱਕ ਇਹ ਮਾਨਸਿਕਤਾ ਨਹੀਂ ਛੱਡੀ ਜਾਏਗੀ ਉਹ ਜਿਹੜਾ ਇਹ ਟੀਚੇ ਜਿਹੜੇ ਇਹ ਟਾਰਗੇਟ ਹੈ ਨਹੀਂ ਪੂਰੇ ਹੋ ਸਕਦੇ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਵੀ ਪੋਟਿਆਂ ਤੇ ਗਿਣਨ ਵਾਲੇ ਜਿਹੜੇ ਆਪਾਂ ਨੂੰ ਐਗਜ਼ਾਮਪਲ ਆਪਣੇ ਸਾਹਮਣੇ ਹੈ, ਚਾਹੇ ਉਹ ਆਪਾਂ ਸਪੇਸ ਦੇ ਅੰਦਰ ਜਾਣ ਵਾਲੀਆਂ ਸਾਡੀਆਂ ਉਹ ਬੱਚੀਆਂ ਮਾਤਾਵਾਂ ਭੈਣਾਂ ਦੀ ਗੱਲ ਕਰ ਲਈਏ, ਚਾਹੇ ਪਹਿਲੇ IPS ਆਫੀਸਰ ਬਣਨ ਦੀ ਗੱਲ ਕਰ ਲਈਏ, ਚਾਹੇ IAS ਆਫੀਸਰ ਬਣਨ ਦੀ ਗੱਲ ਕਰ ਲਈਏ, ਚਾਹੇ ਆਪਾਂ ਆਰਮੀ ਦੇ ਅੰਦਰ ਡਿਫੈਂਸ 'ਚ ਪਹੁੰਚ ਜਾਈਏ, ਫੌਜ ਵਿੱਚ ਭਰਤੀ ਦੀ ਗੱਲ ਕਰ ਲਈਏ, ਫੌਜ ਵਿੱਚ ਭਰਤੀ ਦਾ ਵੀ ਮਾਮਲਾ ਬਿਲਕੁਲ ਠੀਕ ਹੈ ਜੀ। ਇਹ ਸਾਰੇ ਖੇਤਰਾਂ ਦੇ ਅੰਦਰ ਭਰਤੀ ਜ਼ਰੂਰ ਹੋ ਰਹੀ ਹੈ, ਪਰ ਇਹ ਭਰਤੀ ਹੋਣ ਦੇ ਨਾਲ ਜਿਹੜਾ ਸਮਾਨਤਾ ਬਰਾਬਰਤਾ ਹੈ ਉਹ ਹਜੇ ਨਹੀਂ ਆ ਰਹੀ। ਮੈਂ ਤੁਹਾਨੂੰ ਇਹ ਛੋਟੀ ਜਿਹੀ ਐਗਜ਼ਾਮਪਲ ਦੇ ਨਾਲ ਗੱਲ ਕਰਨਾ ਚਾਹਾਂਗਾ ਕਿ ਅੱਜ ਪੂਰੇ ਦੇਸ਼ ਦੇ ਅੰਦਰ ਸਥਿਤੀ ਇਹ ਹੈਗੀ ਆ
ਦੋ ਬਹੁਤ ਵੱਡੀਆਂ ਗਾਲਾਂ ਜਿਹੜੀਆਂ ਆਪਾਂ ਸ਼ਾਇਦ ਆਮਣੇ ਸਾਹਮਣੇ ਨਹੀਂ ਕਹਿ ਸਕਦੇ, ਮਾਂ ਔਰ ਭੈਣ ਦੀ ਗਾਲ ਅਕਸਰ ਜਿਹੜੀ ਹੈਗੀ ਆ ਉਹ ਕੱਢੀ ਜਾਂਦੀ ਹੈ। ਉਹ ਜੇ ਮਾਂ ਔਰ ਭੈਣ ਦੀ ਗਾਲ ਕੱਢੀ ਜਾਂਦੀ, ਇਹਦਾ ਮਤਲਬ ਸਾਡੀ ਮਾਨਸਿਕਤਾ ਜਿਹੜੀ ਹੈ ਹਜੇ ਉੱਥੇ ਹੀ ਖੜੀ ਹੈ। ਉਹ ਵੱਖਰੀ ਗੱਲ ਹੈ, ਇੱਕ ਪਾਸੇ ਰਿਜ਼ਰਵੇਸ਼ਨ ਕਹੀ ਜਾਂਦੀ ਹੈ, ਪਰ ਰਿਜ਼ਰਵੇਸ਼ਨ ਦੇ ਨਾਮ ਦੇ ਉੱਤੇ ਸਰਕਾਰ ਨੇ ਜਦੋਂ ਸਾਰੇ ਦਾ ਸਾਰਾ ਢਾਂਚਾ ਹੀ ਪ੍ਰਾਈਵੇਟ ਕਰਨ ਦਾ ਤਹੀਆ ਕਰ ਲਿਆ ਔਰ ਉਹਦੇ ਚੋਂ ਲਗਭਗ ਵੱਡਾ ਹਿੱਸਾ ਜਿਹੜਾ ਹੈ ਉਹਨੂੰ ਪ੍ਰਾਈਵੇਟ ਕੀਤਾ ਜਾ ਚੁੱਕਾ, ਤੇ ਫਿਰ ਇਹ ਜਿਹੜੀ ਰਿਜ਼ਰਵੇਸ਼ਨ ਵਾਲੀ ਪ੍ਰਕਿਰਿਆ ਹੈ ਇਹਨੂੰ ਜੇ ਕਿਤੇ ਅੱਜ ਲੈ ਵੀ ਆਂਦਾ ਜਾਵੇ ਤੇ ਇਹਦੇ ਨਾਲ ਮੈਂ ਸਮਝਦਾ ਕਿ ਔਰਤ ਜਾਤੀ ਦਾ ਭਲਾ ਹੋਣ ਵਾਲਾ ਨਹੀਂ। ਮੈਂ ਜਿਹੜੀ ਰਿਜ਼ਰਵੇਸ਼ਨ ਦੀ ਗੱਲ ਕੀਤੀ ਸੀ ਉਹ ਸੀਗੀ ਪੋਲੀਟੀਕਲੀ, ਕਿ ਜਿਸ ਤਰ੍ਹਾਂ ਔਰਤਾਂ ਨੂੰ ਨੁਮਾਇੰਦਗੀ ਦੇਣ ਦਾ ਸਵਾਲ ਹੈ, ਪਾਰਲੀਮੈਂਟ ਦੇ ਵਿੱਚ ਹੈ, ਵਿਧਾਨ ਸਭਾਵਾਂ ਦੇ ਵਿੱਚ ਹੈ, ਔਰ ਬਾਕੀ ਥਾਵਾਂ 'ਚ। ਹੁਣ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ, ਜੇ ਅਸੀਂ ਪੰਜਾਬ ਦੀ ਗੱਲ ਕਰੀਏ ਇਸ ਵੇਲੇ, ਤਾਂ ਪੰਜਾਬ ਦੇ ਵਿੱਚ ਪਿਛਲੇ ਜਦੋਂ ਤੋਂ ਆਜ਼ਾਦੀ ਆਈ ਹੈ ਉਸ ਤੋਂ ਬਾਅਦ ਸਿਰਫ ਇੱਕ ਟਾਈਮ ਐਸਾ ਆਇਆ ਜਦੋਂ ਜਿਹੜੀ ਔਰਤਾਂ ਦੀ ਨੁਮਾਇੰਦਗੀ ਉਹ ਡਬਲ ਡਿਜਿਟ 'ਚ ਗਈ ਹੈ, 2012 ਦੇ ਵਿੱਚ। ਅਦਰਵਾਈਜ਼ ਸਿੰਗਲ ਡਿਜਿਟ 'ਚ ਹੀ ਰਹਿੰਦੀ ਹੈ। ਇਸ ਵਾਰ ਤਾਂ ਉਮੀਦਵਾਰ ਵੀ ਇੰਨੇ ਘੱਟ ਹੈ, 93 ਉਮੀਦਵਾਰ ਹੈ ਜਿਹੜੀਆਂ ਹੁਣ ਵਿਧਾਨ ਸਭਾ ਚੋਣਾਂ ਹੋਈਆਂ, ਔਰਤਾਂ ਜਿਹੜੀਆਂ, ਚਾਹੇ ਉਹ ਆਜ਼ਾਦ ਹੈ ਚਾਹੇ ਉਹ ਪਾਰਟੀਆਂ ਵੱਲੋਂ ਖੜੇ ਕੀਤੇ ਗਏ, ਤੇ ਉਹਨਾਂ 'ਚੋਂ ਕਿੰਨੇ ਜਿੱਤਦੇ ਇਹ ਅੱਗੇ ਪਤਾ ਨਹੀਂ ਹੈ। ਪਰ ਪਾਰਟੀਆਂ ਜਿਹੜੀਆਂ ਦਾਅਵਾ ਕਰਦੀਆਂ ਕਿ ਅਸੀਂ 33% ਔਰਤਾਂ ਲਈ ਰਾਖਵੇਂ ਕਰਨ ਦੇ ਹੱਕ 'ਚ ਹੈ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਜਿਹੜੀ ਕਾਂਗਰਸ ਦੀ ਸਰਕਾਰ ਬਣੀ ਸੀਗੀ, ਉਹਨੇ ਬੇਸ਼ੱਕ ਨਗਰ ਨਿਗਮਾਂ 'ਚ ਹੋਰ ਥਾਵਾਂ ਤੇ 50% ਤੱਕ ਦੀ ਰਿਜ਼ਰਵੇਸ਼ਨ ਕੀਤੀ ਹੈਗੀ ਸੀ। ਤਾਂ ਉਹਦੇ ਵਿੱਚ ਜਿਹੜੀ ਇਹ ਸਾਰੀ ਸਥਿਤੀ ਇਹ ਬਣ ਰਹੀ ਹੈ ਕਿ ਰਾਜਸੀ ਪਾਰਟੀਆਂ ਦਾ ਜਿਹੜਾ ਦੋਹਰੇ ਮਿਆਰ ਹੈ, ਕਿ ਜਦੋਂ ਤੁਸੀਂ ਕਹਿੰਦੇ ਤਾਂ ਇਹ ਹੋ ਕਿ 33% ਦੇ ਅਸੀਂ ਹੱਕ 'ਚ ਹੈ, ਪਰ ਤੁਸੀਂ ਜਦੋਂ ਉਹਨਾਂ ਨੂੰ ਨੁਮਾਇੰਦਗੀ ਦੇਣ ਦੇ ਲਈ ਉਮੀਦਵਾਰ ਬਣਾਉਣਾ ਉਦੋਂ ਤੁਸੀਂ ਨਹੀਂ ਬਣਾਉਂਦੇ। ਹੁਣ ਕਾਂਗਰਸ ਨੇ ਸਾਰੇ 12 ਔਰਤਾਂ ਨੂੰ ਮੇਰਾ ਖਿਆਲ ਹੈ ਉਮੀਦਵਾਰ ਬਣਾਇਆ ਸਾਰੇ 'ਚ, ਜਿਹੜੀਆਂ ਉਹਨਾਂ ਨੇ ਟਿਕਟਾਂ ਦਿੱਤੀਆਂ 117 ਦੇ ਵਿੱਚ। ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦਾ, ਇਸ ਤਰ੍ਹਾਂ ਹੀ ਅਕਾਲੀ ਦਲ ਦਾ। ਮਤਲਬ ਇਹ ਜਿਹੜੀ ਦੋਹਰੇ ਮਾਪਦੰਡ ਹੈਗੇ ਰਾਜਸੀ ਪਾਰਟੀਆਂ ਦੇ, ਕਿ ਤੁਸੀਂ ਇਹ ਤਾਂ ਕਹਿੰਦੇ ਹੋ ਕਿ 33% ਉਹਨਾਂ ਦਾ ਰਾਖਵਾਂ ਕਰਨ ਜਿਹੜਾ ਵਿਧਾਨ ਸਭਾ 'ਚ ਹੋਣਾ ਚਾਹੀਦਾ ਹੈ, ਪਾਰਲੀਮੈਂਟ 'ਚ ਹੋਣਾ ਚਾਹੀਦਾ ਹੈ, ਪਰ ਜਦੋਂ ਤੁਸੀਂ ਅਮਲ 'ਚ ਗੱਲ ਕਰਦੇ ਹੋ ਜਾਂ ਅਮਲ 'ਚ ਕੰਮ ਕਰਦੇ ਹੋ ਉਦੋਂ ਤੁਸੀਂ ਉੱਥੇ ਪੂਰੇ ਨਹੀਂ ਉਤਰਦੇ ਕਿਤੇ। ਇਸ ਦੇ ਬਾਰੇ ਤੁਹਾਡੀ ਕੀ ਰਾਏ? ਬਹੁਤ ਅੱਛਾ ਸਰ ਦੇਖੋ, ਇਹਨੂੰ ਸ਼ਾਇਦ ਜਨ ਸਾਹਿਬ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇਹਨੂੰ ਐਕਸਪਲੇਨ ਕਰ ਚੁੱਕੇ ਹੋ, ਬਟ ਮੈਂ ਇਹਦਾ ਥੋੜਾ ਜਿਹਾ ਅਗਲਾ ਭਾਗ ਟੱਚ ਕਰਨਾ ਚਾਹਾਂਗਾ ਕਿ ਇਹ ਪੋਲੀਟੀਕਲ ਢਾਂਚੇ ਦੇ ਅੰਦਰ ਦੋ ਹਿੱਸੇ ਆ। ਇੱਕ ਹਿੱਸਾ ਹੈ ਜਿਹੜਾ ਪਾਵਰਫੁਲ ਹਿੱਸਾ ਹੈ, ਇੱਕ ਹਿੱਸਾ ਹੈ ਜਿੱਥੇ ਉਹਦੇ ਕੋਲ ਪਾਵਰ ਨਹੀਂ ਹੈ, ਔਰ ਉੱਥੇ ਜੇ ਆਪਾਂ ਗੱਲ ਕਰਦੇ ਹਾਂ ਕਾਉਂਸਲਰਸ ਲੈਵਲ ਦੀ, ਗੱਲ ਕਰਦੇ ਹਾਂ ਪੰਚਾਇਤ ਲੈਵਲ ਦੀ, ਪੰਚਾਇਤ ਔਰ ਕਾਉਂਸਲਰ ਲੈਵਲ ਤੇ ਤਾਂ ਬਕਾਇਦਾ ਇਹ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਲਿਆਉਣਾ ਚਾਹੁੰਦੀਆਂ, ਕਿਉਂਕਿ ਉੱਥੇ ਉਹਨਾਂ ਨੂੰ ਪਤਾ ਆ ਕਿ ਉੱਥੋਂ ਦੀ ਔਰਤ ਨੂੰ ਨਾਲ ਜੋੜ ਕੇ ਤੇ ਉਹਨੂੰ ਆਪਾਂ ਆਪਣੀ ਸੀਟ ਜਿਹੜੀ ਉਹ ਕੱਢੀ ਜਾ ਸਕਦੀ ਹੈ। ਪਰ ਜਦੋਂ ਆਪਾਂ ਐਮਐਲਏ ਔਰ ਐਮਪੀ ਦੀ ਗੱਲ ਕਰਦੇ ਹਾਂ, ਖਾਸ ਤੌਰ ਦੇ ਉੱਤੇ ਜਦੋਂ ਰਾਜਿਆ ਸਭਾ 'ਚ ਜਾਣ ਦੀ ਗੱਲ ਕਰਦੇ ਆ, ਤਾਂ ਰਾਜਿਆ ਸਭਾ 'ਚ ਤਾਂ ਇਸ ਤੋਂ ਵੀ ਸਥਿਤੀ ਜਿਹੜੀ ਬਦਤਰ ਹੈਗੀ ਆ। ਉਹ ਇਹ ਸਾਬਤ ਕਰਦੀ ਆ ਕਿ ਇਹ ਜਿਹੜੀ ਮਾਨਸਿਕਤਾ ਆ, ਇਹ ਮਾਨਸਿਕਤਾ ਉਸ ਲੈਵਲ ਤੇ ਵੀ ਖੜੀ ਹੁੰਦੀ ਆ। ਉਹੀ ਗੱਲ ਮੈਂ ਫੇਰ ਕਹਿਣਾ ਚਾਹਾਂਗਾ ਕਿ ਜੇ ਰਾਜਿਆ ਵਿਧਾਨ ਪਰਿਸ਼ਦ, ਵਿਧਾਨ ਸਭਾਵਾਂ ਔਰ ਲੋਕ ਸਭਾ ਦੇ ਅੰਦਰ ਜੇ ਇਹ ਰਿਜ਼ਰਵੇਸ਼ਨ ਦੇ ਵੀ ਦਿੱਤੀ ਜਾਵੇ, ਤੇ ਇਸ ਰਿਜ਼ਰਵੇਸ਼ਨ ਤੋਂ ਬਾਅਦ ਜਦੋਂ ਫੈਸਲੇ ਲੈਣ ਵਾਲੇ ਤੁਹਾਡੇ ਇਸ਼ੂ ਖਤਮ ਹੋ ਜਾਣਗੇ, ਜਦੋਂ ਉਹ ਇਸ਼ੂਜ਼ ਸਿਰਫ ਤੇ ਸਿਰਫ ਪ੍ਰਾਈਵੇਟ ਸੈਕਟਰ ਦੇ ਕੋਲ ਰਹਿ ਜਾਣਗੇ ਤੇ ਸਰਕਾਰੀ ਢਾਂਚੇ ਦੇ ਅੰਦਰ ਸਿੰਪਲ ਇੱਕ ਰਬੜ ਸਟੈਂਪ ਦੇ ਤੌਰ ਤੇ ਉਹਨਾਂ ਨੂੰ ਯੂਜ਼ ਕਰਨਾ ਹੈ, ਤੇ ਉਦੋਂ ਬਿੱਲ ਪਾਸ ਕਰਨ ਦਾ ਫਾਇਦਾ ਕੀ ਹੋਏਗਾ? ਸੋ ਇਹ ਇੱਕ ਆਪਣੇ ਅੰਦਰ, ਆਪਣੇ ਆਪ ਦੇ ਅੰਦਰ ਆਪਾ ਵਿਰੋਧੀ ਜਿਹੜਾ ਇਸ਼ੂ ਇਸ ਵੇਲੇ ਬਣਿਆ ਹੋਇਆ ਪੋਲੀਟੀਕਲ ਪਾਰਟੀਆਂ ਵਾਸਤੇ, ਜਿਹਦੇ ਨਾਲ ਔਰਤ ਦੀ ਦਸ਼ਾ ਤੇ ਦਿਸ਼ਾ 'ਚ ਕੋਈ ਸੁਧਾਰ ਸਾਹਮਣੇ ਨਜ਼ਰ ਨਹੀਂ ਆਉਂਦਾ। ਦੂਸਰੇ ਪਾਸੇ ਸਰ ਅਕਸਰ ਆਪਾਂ ਇਹ ਵੀ ਦੇਖਦੇ ਹਾਂ ਕਿ ਜਿੱਥੇ ਇਹ ਸਾਰੇ ਕੁਝ ਵਾਸਤੇ ਔਰਤ ਖੁਦ ਵੀ ਕਿਤੇ ਨਾ ਕਿਤੇ ਅੱਗੇ ਨਹੀਂ ਆ ਰਹੀ, ਜਿੱਥੇ ਆਪਾਂ ਇਸ ਢਾਂਚੇ ਨੂੰ ਦੇਖਦੇ ਹਾਂ ਪੋਲੀਟੀਕਲੀ, ਤੇ ਦੂਸਰੇ ਪਾਸੇ ਇਸ ਢਾਂਚੇ ਨੂੰ ਦੇਖਦੇ ਹਾਂ ਸੋਸ਼ਲੀ ਦੇ ਨਾਲ ਰਿਲੀਜੀਅਸਲੀ ਔਰਤ ਬਹੁਤ ਜ਼ਿਆਦਾ ਇਨਵੋਲਡ ਹੈ। ਉਹ ਰਿਲੀਜੀਅਸਲੀ ਇਨਵੋਲਡ ਹੋਣ ਤੋਂ ਬਾਅਦ ਮੈਂ ਸਮਝਦਾ ਕਿ ਉਹ ਆਪਣੇ ਜਿਹੜੇ ਕੁਐਸਚਨ ਉਹਦੇ ਦਿਮਾਗ 'ਚ ਖੜੇ ਹੋਣੇ ਚਾਹੀਦੇ ਆ, ਉਹ ਕੁਐਸਚਨ ਸਬਮਰਜ ਹੋ ਜਾਂਦੇ ਆ, ਲੁਕ ਜਾਂਦੇ ਆ, ਦਬ ਜਾਂਦੇ ਆ। ਬਟ ਜੇ ਉਹ ਇੰਨੀ ਤੀਕਸ਼ਣ ਆਪਣੇ ਜਿਹੜੇ ਸਵਾਲ ਸਾਹਮਣੇ ਲੈ ਕੇ ਆ ਜਾਵੇ ਤੇ ਸ਼ਾਇਦ ਇਹਨਾਂ ਦਾ ਹੱਲ ਹੋ ਸਕਦਾ। ਉਹ ਸਵਾਲਾਂ ਦੇ ਅੰਦਰ ਆਪਾਂ ਅਕਸਰ ਪੰਜਾਬੀ ਕਲਚਰ ਦੇ ਅੰਦਰ ਦੇਖਦੇ ਹਾਂ, ਥੋੜਾ ਜਿਹਾ ਲਾਗੇ ਹੋ ਕੇ ਦੇਖੀਏ, ਕੀ ਦੇਖਦੇ ਹਾਂ ਕਿ ਜਦੋਂ ਘਰ ਦੇ ਅੰਦਰ ਇੱਕ ਮੌਤ ਹੁੰਦੀ ਹੈ, ਉਹ ਮੌਤ ਚਾਹੇ ਔਰ ਵੱਡੀ ਔਰਤ ਦੀ ਕਿਉਂ ਨਾ ਹੋਈ ਹੋਵੇ, ਵੱਡੀ ਔਰਤ ਦੀ ਮੌਤ ਹੋਣ ਤੋਂ ਬਾਅਦ ਵੀ ਉਸ ਘਰ ਦੇ ਅੰਦਰ ਜਿਹੜੀ ਪਗੜੀ ਦੀ ਰਸਮ ਕੀਤੀ ਜਾਂਦੀ ਹੈ, ਔਰ ਪਗੜੀ ਜਿਹੜੀ ਹੈ ਉਹ ਉਸ ਘਰ ਦੇ ਅੰਦਰ ਬਜ਼ੁਰਗ ਵੱਡਾ ਜਿੰਦਾ ਵੀ ਹੋਵੇ ਤੇ ਉਸ ਘਰ ਦੇ
ਜਿਹੜਾ ਵੱਡਾ ਲੜਕਾ ਉਹਦੇ ਸਿਰ ਤੇ ਪਗੜੀ ਸਜਾ ਦਿੱਤੀ ਜਾਂਦੀ ਹੈ, ਚਾਹੇ ਉਹਦੀ ਮਾਂ ਦੀ ਹੀ ਮੌਤ ਕਿਉਂ ਨਾ ਹੋਈ ਹੋਵੇ। ਇੱਥੇ ਖਾਸ ਗੱਲ ਨੋਟ ਕਰਨ ਵਾਲੀ ਇਹ ਆ ਕਿ ਜਿਹੜੀ ਔਰਤ ਇਸ ਆਬਾਦੀ ਦਾ ਅੱਧਾ ਹਿੱਸਾ ਹੈ, ਉਹ ਔਰਤ ਹੀ ਇਸ ਗੱਲ ਲਈ ਜ਼ਿਆਦਾ ਦਬਾਅ ਬਣਾਉਂਦੀ ਹੈ ਕਿ ਇਹ ਜਿਹੜੀ ਰਸਮ ਹੈ ਇਦਾਂ ਹੀ ਹੋਣੀ ਚਾਹੀਦੀ ਹੈ। ਤੇ ਜੇ ਅਸੀਂ ਇਹ ਜਿਹੜੇ ਰੀਤੀ ਰਿਵਾਜ ਚੱਲੇ ਆ ਰਹੇ ਆ, ਜਿਹਨੂੰ ਸੋਸ਼ਲ ਸਟਰਕਚਰ ਦੀ ਬਾਈਂਡਿੰਗ ਦੇ ਤੌਰ ਤੇ ਆਪਾਂ ਦੇਖਦੇ ਹਾਂ, ਜੇ ਇੱਥੇ ਔਰਤ ਆਪਣਾ ਰੋਲ ਪਲੇ ਕਰ ਲਵੇ ਕਿ ਜਦੋਂ ਤਾਂ ਵੱਡੇ ਬਜ਼ੁਰਗ ਮੇਲ ਦੀ ਡੈਥ ਹੋਈ ਆ ਤੇ ਉਸ ਘਰ ਦੇ ਅੰਦਰ ਜਿਹੜਾ ਵੱਡਾ ਲੜਕਾ ਉਹਦੇ ਸਿਰ ਤੇ ਪਗੜੀ ਬੰਨੀ ਜਾਂਦੀ ਆ ਕਿ ਉਹਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਤੇ ਜਦੋਂ ਉਸ ਘਰ ਦੇ ਅੰਦਰ ਵੱਡੀ ਔਰਤ ਜਿਹੜੀ ਹੈ ਜੇ ਉਹਦੀ ਮੌਤ ਹੁੰਦੀ ਹੈ ਤੇ ਉਹਦੀ ਜਗ੍ਹਾ ਉਸ ਘਰ ਦੀ ਜਿਹੜੀ ਵੱਡੀ ਨੂੰਹ ਹੈਗੀ ਆ ਉਹਨੂੰ ਇਹ ਜਿਹੜਾ ਦੁਪੱਟਾ ਦੇ ਕੇ ਇਹ ਜ਼ਿੰਮੇਵਾਰੀ ਕਿਉਂ ਨਹੀਂ ਦਿੱਤੀ ਜਾਂਦੀ? ਇਹ ਔਰਤ ਨੇ ਇਹ ਜ਼ਿੰਮੇਵਾਰੀ ਕਿਉਂ ਨਹੀਂ ਦੇਣ ਵਾਸਤੇ ਹਜੇ ਤੱਕ ਉਪਰਾਲਾ ਆਪਣੇ ਪੱਧਰ ਤੇ ਕੀਤਾ? ਇਹ ਇੱਕ ਸਵਾਲ ਵੀ ਖੜਾ ਕਰਦਾ ਹੈ। ਇਦਾਂ ਦੀਆਂ ਬਹੁਤ ਸਾਰੀਆਂ ਹੋਰ ਛੋਟੀਆਂ ਛੋਟੀਆਂ ਐਸੀਆਂ ਆਦਤਾਂ ਜਿਹੜੀਆਂ ਸ਼ਾਇਦ ਸਮਾਜ ਦੇ ਅੰਦਰ ਔਰਤ ਨੇ ਵੀ ਅੱਗੇ ਜਾਣ ਵਾਸਤੇ ਆਪਣਾ ਰੋਲ ਪਲੇ ਕਰਨਾ ਹੈ। ਸੋ ਇਹੀ ਰੋਲ ਜਿਹੜਾ ਪੋਲੀਟੀਕਲੀ ਵੀ ਉਹਨੂੰ ਰੋਲ ਪਲੇ ਕਰਨਾ ਪਏਗਾ, ਇਹੀ ਉਹਨੂੰ ਸਮਾਜਿਕ ਤੌਰ ਤੇ ਵੀ ਰੋਲ ਪਲੇ ਕਰਨਾ ਪਏਗਾ। ਇੱਥੇ ਆ ਕੇ ਗੱਲ ਜਿਹੜੀ ਸਮਾਂ ਪੇ ਇਸ ਤਰੀਕੇ ਨਾਲ ਹੁੰਦੀ ਹੈ ਕਿ ਇਹਦੇ ਵਿੱਚ ਇਹ ਵੀ ਹੈ ਰਾਏ ਸਾਹਿਬ ਕਿ ਅਜੇ ਵੀ ਤੁਸੀਂ ਦੇਖਦੇ ਆ ਕਿ ਜਿਹੜੇ ਨੌਕਰੀਆਂ ਦੇ ਵਿੱਚ ਹੈ ਉਹਨਾਂ ਨਾਲ ਜਿਹੜਾ ਉਹ ਸੈਕੰਡ ਸਿਟੀਜ਼ਨ ਵਾਲਾ ਵੀ ਵਿਵਹਾਰ ਹੁੰਦਾ, ਖਾਸ ਕਰਕੇ ਜਿਹੜੇ ਪ੍ਰਾਈਵੇਟ ਅਦਾਰੇ ਆ ਉੱਥੇ ਤਨਖਾਹਾਂ ਘੱਟ ਹੈ ਕੰਪੈਰੀਟਿਵਲੀ ਜਿਹੜੇ ਮਰਦ ਹੈਗੇ ਆ ਉਹਨਾਂ ਦੇ ਮੁਕਾਬਲੇ। ਇਸ ਦੇ ਬਾਰੇ ਤੁਹਾਡਾ ਕੀ ਕਹਿਣਾ? ਬਿਲਕੁਲ ਠੀਕ ਹੈ ਸਰ। ਇਹਨੂੰ ਸਾਬਤ ਕਰਦਾ ਤੁਸੀਂ ਮੇਰੇ ਜ਼ਿਹਨ ਦੀ ਗੱਲ ਜਿਹੜੀ ਹੈ ਤੁਸੀਂ ਆਪੇ ਹੀ ਕਹਿ ਦਿੱਤੀ ਹੈ ਕਿ ਇਸ ਦੇਸ਼ ਦੇ ਅੰਦਰ ਇੱਕ ਪਾਸੇ ਔਰਤ ਵਾਸਤੇ ਹਿੰਦੂ ਕੋਡ ਬਿੱਲ ਜਿਹੜਾ ਹੈ ਉਹ ਚਾਹੇ ਭਾਗਾਂ ਦੇ ਵਿੱਚ ਵੰਡ ਕੇ ਆ ਗਿਆ, ਉਹ ਪਾਸ ਹੋ ਚੁੱਕਾ। ਉਹਦੀ ਜੇ ਇੰਪਲੀਮੈਂਟੇਸ਼ਨ ਹੋ ਜਾਵੇ ਤੇ ਸ਼ਾਇਦ ਵਿਧਾਨ ਪਰਿਸ਼ਦਾਂ ਦੇ ਅੰਦਰ ਜਾਂ ਲੋਕ ਸਭਾ ਰਾਜ ਸਭਾ ਦੇ ਅੰਦਰ ਆਪਣੇ ਆਪ ਜਿਹੜੀ ਹੈ ਔਰਤ ਦੀ ਹਿੱਸੇਦਾਰੀ ਆ ਸਕਦੀ ਹੈ। ਉਹ ਇਸੇ ਕਰਕੇ ਨਹੀਂ ਆਏ, ਹਜੇ ਤੱਕ ਜਿਹੜੀ ਪੋਲੀਟੀਕਲ ਵਿਲ ਹੈ ਉਸ ਲੈਵਲ ਤੇ ਸਾਹਮਣੇ ਨਹੀਂ ਆ ਰਹੀ। ਔਰ ਉਸ ਪੋਲੀਟੀਕਲ ਵਿਲ ਨੂੰ ਲਿਆਉਣ ਵਾਸਤੇ ਆਪਾਂ ਦੇਖਿਆ ਹੋਣਾ ਕਿ ਜਿਹੜੀ ਔਰਤ ਅੱਜ ਦੇ ਸਮੇਂ ਦੇ ਅੰਦਰ ਪੋਲੀਟੀਕਲੀ ਸਟਰੋਂਗ ਹੋ ਚੁੱਕੀ ਹੈ, ਉਹ ਔਰਤ ਖੁਦ ਹੀ ਇਸ ਸਿਸਟਮ ਦਾ ਵਿਰੋਧ ਕਰਦੀ ਹੈ। ਆਪਾਂ ਪਿੱਛੇ ਦੇਖਿਆ ਹੋਣਾ ਕਿ ਜਿਸ ਵਿਸ਼ੇ ਨੂੰ ਸ਼ਾਇਦ ਆਪਾਂ ਨਾ ਟੱਚ ਕਰਨਾ ਚਾਹੁੰਦੇ ਹੋਈਏ, ਪਰ ਉਹਦਾ ਮੈਂ ਥੋੜਾ ਜਿਹਾ ਰੈਫਰੈਂਸ ਦੇਣਾ ਚਾਹਾਂਗਾ। ਇੱਕ ਮੰਦਿਰ ਦੇ ਅੰਦਰ ਔਰਤ ਨੂੰ ਜਾਣ ਵਾਸਤੇ ਸੁਪਰੀਮ ਕੋਰਟ ਤੱਕ ਜਾਣਾ ਪੈਂਦਾ, ਸੁਪਰੀਮ ਕੋਰਟ ਆਰਡਰ ਵੀ ਪਾਸ ਕਰ ਦਿੰਦੀ ਹੈ, ਪਰ ਜਿਹੜੇ ਲੋਕ ਸਭਾ ਔਰ ਰਾਜ ਸਭਾ ਦੇ ਅੰਦਰ ਬੈਠੀਆਂ ਹੋਈਆਂ ਔਰਤਾਂ ਹੀ ਉਹਦਾ ਵਿਰੋਧ ਕਰਦੀਆਂ। ਇਹਦਾ ਮਤਲਬ ਕਿ ਉਹ ਔਰਤ, ਜਿਸ ਔਰਤ ਨੇ ਔਰਤ ਦੇ ਹੱਕਾਂ ਦੀ ਰਾਖੀ ਕਰਨ ਵਾਸਤੇ ਉੱਥੇ ਪਹੁੰਚ ਕੇ ਉਹਦੀ ਹੱਕ ਰਾਖੀ ਕਰਨੀ ਸੀ, ਉਹ ਰੋਲ ਪਲੇ ਨਹੀਂ ਕਰ ਰਹੀ। ਸੋ ਇਹ ਜੀ ਉਹਦੇ ਵਿੱਚ ਇਹ ਜਿਸ ਤਰ੍ਹਾਂ ਹੁਣ ਅਸੀਂ ਦੇਖਦੇ ਹਾਂ ਕਿ ਚੋਣਾਂ ਹੋ ਰਹੀਆਂ, ਚੋਣਾਂ ਦੇ ਵਿੱਚ ਇਸ ਵਾਰ ਅਸੀਂ ਦੇਖਦੇ ਹਾਂ ਕਿ ਯੂਪੀ ਦੇ ਅੰਦਰ ਕਾਂਗਰਸ ਦੇ ਜਿਹੜੇ ਜਨਰਲ ਸੈਕਟਰੀ ਹੈ ਉੱਥੋਂ ਦੇ ਇੰਚਾਰਜ ਹੈ ਪ੍ਰਿਯੰਕਾ ਗਾਂਧੀ, ਉਹਨਾਂ ਨੇ ਉੱਥੇ ਇੱਕ ਸਲੋਗਨ ਦਿੱਤਾ ਹੈ ਕਿ ਮੈਂ ਲੜਕੀ ਹੂੰ ਲੜ ਸਕਤੀ ਹੂੰ, ਨੰਬਰ 1। ਨੰਬਰ 2 ਉਹਨਾਂ ਨੇ ਕਿਹਾ ਕਿ ਅਸੀਂ 40% ਜਿਹੜੇ ਉਮੀਦਵਾਰ ਉੱਥੇ ਉਹ ਬਣਾਵਾਂਗੇ, ਪਰ ਉਹਨਾਂ ਦਾ ਬਾਕੀ ਸਾਰੇ ਹਿੰਦੁਸਤਾਨ 'ਚ ਇਸ ਤਰ੍ਹਾਂ ਦਾ ਵਤੀਰਾ ਨਹੀਂ। ਹੁਣ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ 'ਚ ਉਸ ਤਰ੍ਹਾਂ ਉਹਨਾਂ ਨੇ 40% ਨਹੀਂ ਉਮੀਦਵਾਰ ਉਤਾਰੇ, ਤਾਂ ਇਸ ਨੂੰ ਤੁਸੀਂ ਕਿਸ ਅਰਥ 'ਚ ਲੈਂਦੇ ਹੋ? ਸਰ ਇਸ ਤੋਂ ਪਹਿਲਾਂ ਵੀ ਚੋਣਾਂ ਤੱਕ ਸੀਮਤ ਹੈ। ਇਸ ਤੋਂ ਪਹਿਲਾਂ ਵੀ ਸਰ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਧੋਖਾ ਹੋ ਚੁੱਕਾ। ਬੇਟੀ ਪੜ੍ਹਾਓ ਬੇਟੀ ਬਚਾਓ, ਬੇਟੀ ਬਚਾਓ ਬੇਟੀ ਪੜ੍ਹਾਓ ਬਹੁਤ ਵੱਡਾ ਸਲੋਗਨ ਆ ਚੁੱਕਾ ਸੀਗਾ, ਔਰ ਪੂਰੇ ਦੇਸ਼ ਦੇ ਅੰਦਰ ਸਭ ਤੋਂ ਜ਼ਿਆਦਾ ਸਾਡੇ ਜਿਹੜੇ ਅੱਜ ਦੇ ਜਿਹੜੇ ਬਹੁਤ ਪਪੂਲਰ ਪ੍ਰਧਾਨ ਮੰਤਰੀ ਹੈ ਉਹਨਾਂ ਦੁਆਰਾ ਇਹ ਸਲੋਗਨ ਦਿੱਤਾ ਗਿਆ ਸੀ। ਔਰ ਆਪਾਂ ਨੇ ਦੇਖਿਆ ਕਿ ਇਸ ਸਮੇਂ ਦੇ ਅੰਦਰ ਜੇ 1% ਵੀ ਇਸ ਵਿਸ਼ੇ ਦੇ ਉੱਤੇ ਕੋਈ ਪ੍ਰਗਤੀ ਹੋਈ ਹੋਵੇ, ਸ਼ਾਇਦ ਨਹੀਂ ਹੋ ਰਹੀ। ਜੇ ਆਪਾਂ ਅੱਜ ਦੇ ਸਮੇਂ ਦੇ ਅੰਦਰ ਵੀ 9 ਮਹੀਨੇ ਦੀ ਬੱਚੀ ਤੋਂ ਲੈ ਕੇ 90 ਸਾਲ ਦੀ ਔਰਤ ਤੱਕ ਨਾਲ ਬਲਾਤਕਾਰ ਹੋ ਰਿਹਾ, ਔਰ ਉਹ ਬਲਾਤਕਾਰ ਘਟਣ ਦਾ ਨਾਮ ਨਹੀਂ ਲੈ ਰਹੇ, ਇਹਦਾ ਮਤਲਬ ਇਹ ਮਾਨਸਿਕਤਾ ਜਿਹੜੀ ਹੈ ਉਹ ਮਾਨਸਿਕਤਾ 'ਚ ਕੋਈ ਤਬਦੀਲੀ ਨਹੀਂ ਆ ਰਹੀ। ਜੇ ਇਸ ਮਾਨਸਿਕਤਾ 'ਚ ਤਬਦੀਲੀ ਨਹੀਂ ਆ ਰਹੀ ਤੇ ਪੋਲੀਟੀਕਲ ਢਾਂਚਾ ਵੀ ਤਾਂ ਉੱਥੋਂ ਉਪਜ ਕੇ ਅੱਗੇ ਆਉਂਦਾ ਔਰ ਉਹਦੇ ਵਿੱਚੋਂ ਨਿਕਲ ਕੇ ਅੱਗੇ ਆਉਂਦਾ। ਚਾਹੇ ਅੱਜ ਦੀ ਸਾਡੀ ਉਹ ਜਿਹੜੀ ਮਤਲਬ ਮਾਡਰਨ ਲੀਡਰ ਹੈ ਜਿਹਨੂੰ ਆਪਾਂ ਪ੍ਰਿਯੰਕਾ ਗਾਂਧੀ ਦੇ ਨਾਮ ਦੇ ਨਾਲ ਜਾਣਦੇ ਹਾਂ, ਉਸ ਸਾਡੀ ਲੀਡਰ ਨੇ ਵੀ ਤੇ ਉਸ ਯੂਪੀ ਦੀ ਇਲੈਕਸ਼ਨ ਜਿੱਤਣ ਵਾਸਤੇ ਹੀ ਇਦਾਂ ਦਾ ਸਲੋਗਨ ਦੇ ਦਿੱਤਾ। ਜੇ ਉਹ ਸਲੋਗਨ ਨਾ ਦਿੱਤਾ ਹੋਵੇ ਤੇ ਉਹ ਕਾਂਗਰਸ ਦੀ ਨੈਸ਼ਨਲ ਲੈਵਲ ਦੀ ਟੌਪ ਦੀ ਲੀਡਰ ਹੈ ਤੇ ਉਹ ਪੂਰੇ ਦੇਸ਼ ਦੇ ਅੰਦਰ ਜਿਹੜਾ ਢਾਂਚਾ ਸੀਗਾ ਉਹਨੂੰ ਇੰਪਲੀਮੈਂਟ ਕਰਨ 'ਚ ਉਹਨਾਂ ਨੂੰ ਕੋਈ ਦਿੱਕਤ ਨਹੀਂ ਸੀਗੀ, ਉਹ ਕਿਤੇ ਇੰਪਲੀਮੈਂਟਡ ਨਜ਼ਰ ਨਹੀਂ ਆ ਰਿਹਾ। ਸੋ ਇਸ ਕਰਕੇ ਇਹ ਵੀ ਇੱਕ ਵੋਟਾਂ ਹਥਿਆਉਣ ਦੀ ਰਾਜਨੀਤੀ ਹੈਗੀ ਆ ਵੀ ਕਿਹੜਾ ਟੂਲ ਵਰਤ ਕੇ ਵੋਟਾਂ ਹਥਿਆਈਆਂ ਜਾਣ। ਰਾਏ ਸਾਹਿਬ, ਆਪਣਾ ਸ਼ੋਅ ਦਾ ਸਮਾਂ ਵੀ ਸਮਾਪਤੀ ਵੱਲ ਵੱਧ ਰਿਹਾ ਤੇ ਇੱਕ ਮੇਰਾ ਸਵਾਲ ਹੈ ਕਿ ਤੁਸੀਂ ਕੀ ਸਮਝਦੇ ਹੋ
ਕਿ ਅਜੇ ਸਹੀ ਅਰਥਾਂ ਵਿੱਚ ਬਰਾਬਰੀ ਮਿਲੀ ਆ ਔਰਤ ਨੂੰ ਹਿੰਦੁਸਤਾਨ 'ਚ ਕਿ ਨਹੀਂ ਮਿਲੀ, ਤੇ ਕਿੱਥੋਂ ਤੱਕ ਮਿਲੀ ਹੈ ਜੇ ਮਿਲੀ ਹੈ ਤੇ? ਜੰਡੂ ਸਾਹਿਬ, ਤੁਹਾਡੇ ਸਵਾਲ ਦੇ ਅੰਦਰ ਹੀ ਤੁਸੀਂ ਜਿੰਨੀਆਂ ਗੱਲਾਂ ਪਹਿਲਾਂ ਆਪਾਂ ਕਰ ਚੁੱਕੇ ਹਾਂ, ਆਪਣੇ ਆਪ 'ਚ ਇੱਕ ਜਵਾਬ ਜਿਹੜਾ ਹੈ ਉਹ ਛੁਪਿਆ ਹੈ, ਆਪਾਂ ਨੂੰ ਸਾਹਮਣੇ ਆ ਜਾਂਦਾ। ਮੇਰਾ ਭਾਵ ਸੀ ਬਰੀਫ 'ਚ, ਸੰਖੇਪ 'ਚ ਇੱਕ ਟਿੱਪਣੀ ਇਹਦੇ 'ਚ। ਨਹੀਂ ਸਰ, ਜੇ ਇਹ ਮਿਲੀ ਹੁੰਦੀ ਤੇ ਸ਼ਾਇਦ ਅੱਜ ਇਹ ਸਵਾਲ ਨਾ ਹੁੰਦਾ, ਇਹ ਸਵਾਲ ਨਾ ਹੁੰਦਾ। ਅੱਜ ਵੀ ਦੇਖੋ ਨਾ, ਚਾਹੇ ਉਹ ਪੋਲੀਟੀਕਲ ਰਿਜ਼ਰਵੇਸ਼ਨ ਹੈ, ਉਹਦੇ ਤੇ ਜੇ ਇੱਕ ਮਤ ਨਹੀਂ ਹੋਇਆ ਜਾ ਸਕਦਾ, ਇੰਨੇ ਬਿੱਲ ਰੋਜ਼ ਪਾਸ ਹੁੰਦੇ ਆ, 20 ਘੰਟੇ ਦਾ ਸੈਸ਼ਨ ਚੱਲਦਾ ਔਰ 21 ਬਿੱਲ ਪਾਸ ਹੋ ਜਾਂਦੇ ਆ, ਤੇ ਇਹ ਬਿੱਲ ਪਾਸ ਹੋਣ 'ਚ ਕੀ ਦਿੱਕਤ ਸੀਗੀ? ਪੋਪੂਲਰ ਗਵਰਨਮੈਂਟ ਹੈ, ਉਹਦੇ ਕੋਲ ਮੈਂਡੇਟ ਜਿਹੜਾ ਹੈਗਾ ਬਿਲਕੁਲ ਕਲੀਅਰ ਕੱਟ ਹੈ, ਕਲੀਅਰ ਕੱਟ ਮੈਂਡੇਟ ਹੋਣ ਦੇ ਬਾਵਜੂਦ ਇਹ ਬਿੱਲ ਜਿਹੜਾ ਹੈ ਉਹ ਰਾਜ ਸਭਾ 'ਚ ਵੈਸੇ ਹੀ ਪਿਆ ਹੈ। ਸੋ ਇਹ ਸਾਬਤ ਕਰਦਾ ਵੀ ਇਹ ਪੋਲੀਟੀਕਲ ਵਿਲ ਨਹੀਂ ਹੈ ਇਹਦੇ ਵਾਸਤੇ। ਸੋ ਹਜੇ ਤੱਕ ਇਹ ਬਰਾਬਰਤਾ ਵਾਲਾ ਪਾਰਟ ਦੂਰ ਹੈ, ਬਲਾਤਕਾਰ ਉਦਾਂ ਹੀ ਹੋ ਰਹੇ ਆ, ਪੜ੍ਹਾਈ ਦੇ ਨਾਮ ਦੇ ਉੱਤੇ ਹਜੇ ਤੱਕ ਉਦਾਂ ਦੀ ਸਥਿਤੀ ਸਾਹਮਣੇ ਨਹੀਂ ਆਈ। ਜਿਹੜੀਆਂ ਬੱਚੀਆਂ ਅੱਜ ਦੀ ਡੇਟ ਦੇ ਅੰਦਰ ਇੰਨੀ ਅੱਛੀ ਐਜੂਕੇਸ਼ਨ ਲੈ ਚੁੱਕੀਆਂ, ਉਹਨਾਂ ਨੂੰ ਵੀ ਅਨਐਮਪਲੋਇਮੈਂਟ ਜਿਹੜਾ ਉਦਾਂ ਹੀ ਭੋਗਣਾ ਪੈ ਰਿਹਾ ਹੈਗਾ। ਅੱਜ ਵੀ ਡੋਮੈਸਟਿਕ ਵਾਇਲੈਂਸ ਉਦਾਂ ਹੀ ਭੋਗਣੀ ਪੈ ਰਹੀ ਆ। ਅੱਜ ਵੀ ਉਹਨਾਂ ਨੂੰ ਜਿਹੜਾ ਡਵਰੀ ਸਿਸਟਮ ਦੇ ਅੰਦਰ ਉਹਨਾਂ ਦੀਆਂ ਬਕਾਇਦਾ ਡੈਥ ਹੋ ਰਹੀਆਂ। ਅਸਲ ਗੱਲ ਤਾਂ ਹੈ ਕਿ ਫਿਰ ਮਾਨਸਿਕਤਾ ਬਦਲਣ ਦੀ ਲੋੜ ਹੈ, ਉਹਦੀ ਉਹ ਹੈ ਸਾਰਾ ਜੜ। ਬਿਲਕੁਲ ਸਰ, ਬਿਲਕੁਲ। ਜਦੋਂ ਤੱਕ ਆਪਾਂ ਸੋਸ਼ਲ ਸਟਰਕਚਰ ਦੇ ਅੰਦਰ ਇਸ ਸਿਸਟਮ ਨੂੰ ਚੇਂਜ ਕਰਨ ਵਾਸਤੇ ਆਪ ਫੋਰ ਫਰੰਟ ਦੇ ਉੱਤੇ ਜਿਹੜੀ ਵਿਲ ਨਹੀਂ ਲੈ ਕੇ ਆਉਂਦੇ, ਉਦੋਂ ਤੱਕ ਸ਼ਾਇਦ ਇਹ ਚੀਜ਼ਾਂ ਅਚੀਵ ਕਰਨਾ ਉਹ ਹਜੇ ਸੁਪਨਾ ਕਿਹਾ ਜਾ ਸਕਦਾ ਜੀ। ਇਹ ਰਾਏ ਸਾਹਿਬ, ਆਪਣਾ ਹੁਣ ਸਮਾਂ ਬਿਲਕੁਲ ਹੀ ਸਮਾਪਤ ਹੋ ਰਿਹਾ, 1 ਮਿੰਟ ਰਹਿ ਗਿਆ, ਤਾਂ ਤੁਸੀਂ ਇਹਦੇ ਤੇ ਕੋਈ ਆਖਰੀ ਟਿੱਪਣੀ ਜੇ ਆਪਣੇ ਵੱਲੋਂ ਕੁਝ ਕਹਿਣਾ ਚਾਹੋ ਤਾਂ ਇਸ ਦਿਹਾੜੇ ਦੇ ਉੱਤੇ? ਬਿਲਕੁਲ ਸਰ, ਬਹੁਤ ਅੱਛਾ ਜੀ। ਇਸ ਦਿਹਾੜੇ ਦੇ ਉੱਤੇ ਮੈਂ ਪਹਿਲੀ ਗੱਲ ਤਾਂ ਆਪਣੀ ਇਸ 50% ਜਿਹੜੇ ਪਾਰਟਨਰ ਹੈ ਸਾਡੇ ਦੇਸ਼ ਦੇ ਅੰਦਰ, ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਘੱਟੋ ਘੱਟ ਇਸ ਗੱਲ ਦੀ ਵਧਾਈ ਤਾਂ ਦੇਣਾ ਚਾਹਾਂਗਾ ਕਿ ਉਹਨਾਂ ਨੇ ਇੱਕ ਲੰਬਾ ਸਫ਼ਰ ਤੈਅ ਕਰਕੇ ਇੱਥੇ ਤੱਕ ਪਹੁੰਚੇ ਆ, ਬਟ ਹਜੇ ਵੀ ਬਹੁਤ ਕੁਝ ਕਰਨਾ ਜਾਂ ਹੋਣਾ ਬਾਕੀ ਹੈ। ਉਹਦੇ ਲਈ ਜਿੱਥੇ ਜਿੰਨੇ ਸਾਡੇ ਇਸ ਸੈਕਸ਼ਨ ਦੇ ਵਿੱਚੋਂ ਲੀਡ ਕਰ ਚੁੱਕੇ ਆ, ਮੈਂ ਉਹਨਾਂ ਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਉਹ ਆਪਣਾ ਰੋਲ ਜਿਹੜਾ ਹੈ ਉਹ ਬਕਾਇਦਾ ਵਿਲ ਦੇ ਨਾਲ ਪਲੇ ਕਰਨ, ਔਰ ਜਿਹੜਾ ਦੂਸਰਾ ਹਿੱਸਾ ਹੈ ਜਿਹੜਾ ਅੱਜ ਦੀ ਡੇਟ 'ਚ ਅੱਛੇ ਤਰੀਕੇ ਨਾਲ ਪੜ੍ਹ ਚੁੱਕਾ ਹੈ, ਉਹਨਾਂ ਨੂੰ ਜਿਹੜੀ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਜਿਹੜਾ ਸੋਸ਼ਲ ਪੜ੍ਹਾਈ ਹੈ ਉਹਦੇ ਵੱਲ ਵੀ ਧਿਆਨ ਦੇਣਾ ਬਣੇਗਾ। ਔਰ ਤੀਸਰਾ, ਜਿਹੜੇ ਰਿਚੁਅਲਸ ਹੈਗੇ ਆ, ਰਿਚੁਅਲ ਤੋਂ ਉੱਪਰ ਉੱਠ ਕੇ ਆਪਣੇ ਸਾਹਮਣੇ ਆਪਣੇ ਪ੍ਰਤੀਬਿੰਬ ਨੂੰ ਸਾਹਮਣੇ ਰੱਖ ਕੇ ਵੀ ਇਹਦੀ ਜਿਹੜੀ ਤਰੱਕੀ ਹੈ ਕਿੱਦਾਂ ਹੋ ਸਕਦੀ ਹੈ, ਸਵਾਲ ਖੜੇ ਕਰਨੇ ਚਾਹੀਦੇ ਆ ਜੀ। ਰਾਏ ਸਾਹਿਬ, ਇੱਕ ਇਹਦੇ ਚ ਮੇਰਾ ਆਖਰੀ ਥੋੜੀ ਸਵਾਲ ਹੈਗਾ ਕਿ ਕਿਸ ਤਰ੍ਹਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਹੁਣ ਕਿਸਾਨ ਅੰਦੋਲਨ ਦੇ ਅੰਦਰ ਔਰਤਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ, ਕਿ ਔਰਤਾਂ ਦਾ ਇੱਕ ਬਹੁਤ ਵੱਡਾ ਅੰਦੋਲਨ ਖੜਾ ਹੋਵੇ ਤਾਂ ਇਸ ਪਾਸੇ ਗੱਲ ਸੌਖੀ ਤੁਰ ਸਕਦੀ ਹੈ? ਸਰ, ਦੂਸਰੇ ਸ਼ਬਦਾਂ 'ਚ ਕਹੀਏ, ਜੇ ਉਹ ਜਿਹੜਾ ਅੰਦੋਲਨ, ਕਿਸਾਨੀ ਅੰਦੋਲਨ ਸਫਲ ਹੋਇਆ ਤੇ ਉਹਦੀ ਸਫਲਤਾ ਦੇ ਪਿੱਛੇ ਮੈਂ ਜੇ ਸਭ ਤੋਂ ਵੱਡਾ ਹੱਥ ਕਵਾਂ ਤੇ ਔਰਤ ਜਾਤੀ ਦਾ ਹੱਥ ਹੈ, ਕਿਉਂਕਿ ਉੱਥੇ ਔਰਤਾਂ ਦੇ ਹੋਣ ਕਰਕੇ ਹੀ ਆਪਾਂ ਦੇਖਿਆ ਹੋਣਾ, ਸਰਕਾਰ ਨੇ ਇੱਕ ਸਲੋਗਨ ਦਿੱਤਾ ਸੀ ਕਿ ਇੱਥੋਂ ਔਰਤਾਂ ਨੂੰ ਭੇਜ ਦਿੱਤਾ ਜਾਵੇ, ਕਿਉਂਕਿ ਜਦੋਂ ਔਰਤ ਸਾਹਮਣੇ ਖੜਦੀ ਹੈ ਤੇ ਉਹਦਾ ਮੁਕਾਬਲਾ ਕਰਨ ਦਾ ਇਸ ਵੇਲੇ ਦੇ ਢਾਂਚੇ ਦੇ ਅੰਦਰ ਕੋਈ ਤਾਕਤ ਨਹੀਂ ਹੈ। ਔਰ ਔਰਤ ਦੀ ਪ੍ਰੈਜ਼ੈਂਸ ਦੇ ਸਮੇਂ 'ਚ ਉੱਥੇ ਆਪਾਂ ਇੱਕ ਵੀ ਨਿਸ਼ਈ ਨਹੀਂ ਦੇਖਿਆ, ਔਰਤ ਦੀ ਪ੍ਰੈਜ਼ੈਂਸ ਦੇ ਅੰਦਰ ਆਪਾਂ ਇੱਕ ਵੀ ਮਾੜੀ ਅੱਖ ਵਾਲਾ ਕੋਈ ਐਸਾ ਸ਼ਖਸ ਨਹੀਂ ਦੇਖਿਆ। ਔਰ ਔਰਤ ਦੀ ਪ੍ਰੈਜ਼ੈਂਸ ਕਰਕੇ ਹੀ ਜਿਹੜੀ ਬਾਕੀ ਦੀ ਮੇਲ ਮੈਂਬਰ ਦੀ ਸ਼ਕਤੀ ਸੀਗੀ ਉਹ 2 ਗੁਣਾ ਹੋਈ ਹੈ। ਇਹ ਗੱਲ ਸਾਬਤ ਕਰਦੀ ਹੈ ਕਿ ਜੇ ਔਰਤ ਅੱਜ ਦੇ ਸਮੇਂ ਦੇ ਅੰਦਰ ਆਪਣੇ ਇਸ ਅੰਦੋਲਨ ਲਈ ਕਿਤੇ ਲਾਮਬੰਦ ਹੋ ਜਾਵੇ ਤੇ ਉਹਨੂੰ ਇਹ ਲੜਾਈ ਜਿੱਤਣ ਵਾਸਤੇ ਸਮਾਂ ਨਹੀਂ ਲੱਗੇਗਾ। ਇੱਥੇ ਹੀ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੋ ਰਿਹਾ। ਦੋਸਤੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਤੇ ਸਾਨੂੰ ਆਸ ਹੈ ਕਿ ਤੁਹਾਨੂੰ ਸਾਡਾ ਇਹ ਕੌਮਾਂਤਰੀ ਮਹਿਲਾ ਦਿਵਸ ਤੇ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੈ ਪਸੰਦ ਆਇਆ ਹੋਵੇਗਾ। ਤਾਂ ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਸ਼੍ਰੀ ਜਸਵੰਤ ਰਾਏ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਜੁੜੇ, ਔਰ ਜਿਹੜੀ ਖਾਸ ਕਰਕੇ ਡਾਕਟਰ BR ਅੰਬੇਦਕਰ ਹੋਣਾ ਦੀ ਮਹਿਲਾਵਾਂ ਦੇ ਹੱਕਾਂ ਲਈ ਜਿਹੜੀ ਲੜਾਈ ਸੀ ਉਸ ਦੇ ਬਾਰੇ, ਔਰ ਇਸ ਵੇਲੇ ਜੋ ਮੌਜੂਦਾ ਸਥਿਤੀ ਹੈ ਔਰਤਾਂ ਦੀ ਹਿੰਦੁਸਤਾਨ ਦੇ ਵਿੱਚ, ਉਸ ਦੇ ਬਾਰੇ ਜਾਣਕਾਰੀ ਦਿੱਤੀ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਜੰਡੂ ਸਾਹਿਬ, ਤੁਹਾਡਾ ਵੀ ਸਪੈਸ਼ਲੀ ਤੇ ਤੁਹਾਡੇ ਚੈਨਲ ਦਾ ਸਪੈਸ਼ਲੀ, ਕਿ ਜਿਨ੍ਹਾਂ ਨੇ ਆਪਣੇ ਬਹੁਤ ਹੀ ਵਡਮੁੱਲੇ ਸਰੋਤਿਆਂ ਦੇ ਨਾਲ ਅੱਜ ਦੇ ਵਿਸ਼ੇ ਦੇ ਉੱਤੇ ਸਾਡੀ ਸਾਂਝ ਪਵਾਈ ਹੈ। ਬਹੁਤ ਬਹੁਤ ਸ਼ੁਕਰੀਆ।